ਸਤਨਾਮ ਸਿੰਘ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਚਲਾ ਪਰਿਵਾਰ ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮਾਉਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਦੀ ਫਿਗਰਸ ਆਪਾਂ ਤੁਹਾਨੂੰ ਦੱਸਦੇ ਜਾਈਏ, ਪੂਰੇ ਦੁਨੀਆ ਦੇ ਵਿੱਚ ਹੁਣ ਤੱਕ 19,55,648 ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। 1,23,436 ਜਿਹੜੀਆਂ ਆ ਉਹ ਮੌਤਾਂ ਹੋ ਚੁੱਕੀਆਂ ਅਤੇ 4,62,781 ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਹੈਗੇ ਆ। ਸੋ ਰਿਕਵਰੀ ਵੀ ਕਾਫੀ ਚੱਲ ਰਹੀ ਹੈ। USA ਜਿਹੜਾ ਆਪਣਾ ਮੁਲਕ ਆ, ਇੱਥੇ ਹਜੇ ਵੀ ਜਿਹੜੀ ਸਿਚੁਏਸ਼ਨ ਕਾਫੀ ਬੈਡ ਬਣੀ ਹੋਈ ਹੈਗੀ ਆ। ਹੁਣ ਤੱਕ 5,91,064 ਜਿਹੜੇ ਕੇਸ ਪੀੜਤ ਲੋਕਾਂ ਦੇ ਆਏ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 4123 ਜਿਹੜੇ ਆਏ ਹੈਗੇ ਆ। ਇਸੇ ਤਰ੍ਹਾਂ 960 ਮੌਤਾਂ ਜਿਹੜੀਆਂ ਆ ਪਿਛਲੇ 24 ਘੰਟਿਆਂ 'ਚ ਹੋਈਆਂ, ਜਿਹਦੇ ਨਾਲ ਟੋਟਲ ਗਿਣਤੀ ਜਿਹੜੀ USA ਦੇ ਵਿੱਚ ਕਰੋਨਾ ਵਾਇਰਸ ਤੋਂ ਮੌਤਾਂ ਦੀ ਗਿਣਤੀ 24,600 ਹੋ ਗਈ ਹੈਗੀ ਆ। ਜੀ ਜੀ ਬਿਲਕੁਲ। ਸੋ ਆંકੜੇ ਲਗਾਤਾਰ ਜਿਹੜੇ ਆ ਉਹ ਤਾਂ ਨੂੰ ਜਿਹੜੇ ਉਹ ਜਾ ਰਹੇ ਆ, ਪਰ ਚਲੋ ਇਹ ਵੀ ਹੈਗਾ ਹਰਜੋਤ ਸਿੰਘ ਜੀ, ਇਹਨਾਂ ਸਾਰਿਆਂ ਦੇ ਵਿੱਚ ਰਿਕਵਰੀ ਰੇਟ ਵੀ ਕਾਫੀ ਜਿਹੜਾ ਉਹ ਬਿਹਤਰ ਹੈਗਾ ਆ, ਵਧੀਆ ਹੈਗਾ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਰਿਕਵਰੀ ਰੇਟ ਆ ਹੋਰ ਅੱਗੇ ਵੱਲ ਨੂੰ ਜਿਹੜਾ ਉਹ ਵਧੂਗਾ। ਕਲੋਜ਼ਡ ਕੇਸਾਂ ਦੇ ਵਿੱਚੋਂ 80% ਲੋਕ ਜਿਹੜੇ ਉਹ ਠੀਕ ਹੋ ਗਏ ਨੇ। ਜਿਹੜੇ ਕਹਿ ਲਓ ਵੀ ਹੁਣ ਤੱਕ ਤਾਂ ਸਭ ਤੋਂ ਮਸ਼ਹੂਰ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦਾ ਪੇਸ਼ੈਂਟ UK ਦਾ ਜਿਹੜਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ, ਉਹ ਗਿਆ ਸੀਗਾ, ਉਹ ਕਰੋਨਾ ਵਾਇਰਸ ਤੋਂ ਪੀੜਤ ਹੋਇਆ, ਉਸ ਨੂੰ ਜ਼ੇਰੇ ਇਲਾਜ ਰੱਖਿਆ। ਉੱਥੇ ਉਸ ਦਾ ਇਲਾਜ ਜਿਹੜਾ ਹੋਇਆ, ਹੁਣ ਇਹ ਨਹੀਂ ਦੱਸਿਆ ਉਹਨਾਂ ਨੇ ਕਿਹੜੇ ਕੀ ਜਿਹੜਾ ਉਹਨਾਂ ਨੂੰ ਲਾਇਆ। ਲੋਕ ਇਹ ਜਾਣਨਾ ਜ਼ਰੂਰ ਚਾਹੁੰਦੇ ਹੋਣਗੇ ਵੀ ਉਹਨੂੰ ਕਿਹੜੀਆਂ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਗਈਆਂ, ਪਰ ਦੁਬਾਰਾ ਜਦੋਂ ਟੈਸਟ ਕੀਤਾ ਗਿਆ ਤਾਂ ਉਹ ਹੁਣ ਕਰੋਨਾ ਵਾਇਰਸ ਨੈਗੇਟਿਵ ਜਿਹੜਾ ਉਸ ਦਾ ਨਿਕਲਿਆ ਆ, ਜਿਹੜਾ ਕਿ ਉਸ ਦੇ ਲਈ ਇੱਕ ਚੰਗੀ ਗੱਲ ਹੈਗੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇੱਦਾਂ ਹੀ ਹੋਰ ਵੀ ਜ਼ਿਆਦਾ ਜਿਹੜਾ ਰਿਕਵਰੀ ਰੇਟ ਆ ਉਹ ਵਧੂਗਾ। ਸੋ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ ਅਤੇ ਹਮੇਸ਼ਾ ਪੋਜ਼ੀਟਿਵ ਜਿਹੜਾ ਇਸ ਦੇ ਵਿੱਚ ਜਿਹੜਾ ਸੋਚਣਾ ਹੈ, ਚੰਗੀ ਸੋਚ ਜਿਹੜੀ ਉਹ ਲੈਣੀ ਆ ਵੀ ਆਪਾਂ ਇਸ ਨੂੰ ਹਰਾ ਸਕਦੇ ਹੈਗੇ ਹਾਂ। ਅਤੇ ਹਰਜੋਤ ਸਿੰਘ ਜੀ ਵੀ ਕਰੋਨਾ ਵਾਇਰਸ ਤੋਂ ਵੀ ਇਸ ਟਾਈਮ ਕਹਿੰਦੇ ਵੀ ਉਸ ਤੋਂ ਆਉਣ ਵਾਲਾ ਜਿਹੜਾ ਭਵਿੱਖ ਕਰੋਨਾ ਵਾਇਰਸ ਤੋਂ ਪੋਸਟ ਕਰੋਨਾ ਵਾਇਰਸ ਜਿਹੜਾ ਟਾਈਮ ਹੋਣਾ ਆ, ਉਸ ਤੋਂ ਲੈ ਕੇ ਸਾਰੇ ਜਣੇ ਬਹੁਤ ਡਰੇ ਹੋਏ ਨੇ, ਖਾਸ ਕਰਕੇ ਆਰਥਿਕ ਪੱਧਰ ਨੂੰ ਲੈ ਕੇ। ਅੱਜ ਜਿਹੜਾ ਇੰਟਰਨੈਸ਼ਨਲ ਮੋਨੇਟਰੀ ਫੰਡ IMF ਵਾਲੇ ਆ, ਉਹਨਾਂ ਨੇ ਇਹ ਆਖਿਆ, ਕਹਿੰਦੇ ਵੀ ਜਿਹੜੇ ਆਰਥਿਕ ਪੱਧਰ ਇੰਨੀ ਕੁ ਜ਼ਿਆਦਾ ਨਿਮਾਣ ਦੇ ਵਿੱਚ ਆ ਸਕਦਾ ਵੀ ਜਿਹੜਾ 1930 ਦੇ ਦਹਾਕੇ ਦਾ ਡਿਪਰੈਸ਼ਨ ਸੀਗਾ, ਜਿਸ ਨੂੰ ਗ੍ਰੇਟ ਡਿਪਰੈਸ਼ਨ ਆਖਿਆ ਜਾਂਦਾ ਸੀ, ਇੰਨੀ ਵੱਡੀ ਜਿਹੜੀ ਰਿਸੈਸ਼ਨ ਜਦੋਂ ਉਹ ਆਇਆ ਸੀਗਾ, ਵੀ ਉਸ ਤਰੀਕੇ ਦਾ ਜਾਂ ਉਸ ਤੋਂ ਵੀ ਵੱਡੇ ਪੈਮਾਨੇ ਦੇ ਉੱਤੇ ਆਰਥਿਕ ਸੰਕਟ ਦੇ ਵਿੱਚ ਦੁਨੀਆ ਨੂੰ ਲੰਘਣਾ ਪੈ ਸਕਦਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਸਾਹਮਣੇ ਜਿਹੜੀ ਚੀਜ਼ ਹਰਜੋਤ ਸਿੰਘ ਜੀ ਆਈ ਆ, ਅਤੇ ਵਾਕਿਆ ਹੀ ਧਿਆਨ ਵੀ ਮੰਗਦੀ ਆ, ਅਤੇ ਕਿਤੇ ਨਾ ਕਿਤੇ ਇਸ ਦੇ ਵਿੱਚ ਇੱਕ ਡਰ ਵੀ ਹੈਗਾ ਆ ਵੀ ਆਰਥਿਕ ਪੱਧਰ 'ਤੇ ਪਤਾ ਨਹੀਂ ਕਿੱਦਾਂ ਦਾ ਮਾਹੌਲ ਜਿਹੜਾ ਆਉਣ ਵਾਲੇ ਸਮੇਂ 'ਚ ਬਣ ਜਾਊਗਾ। ਜੀ ਬਿਲਕੁਲ। ਸੋ ਗਲੋਬਲ ਮੋਨਿਟਰੀ ਫੰਡ ਜਿਹੜਾ ਆ, ਉਹਨਾਂ ਨੇ ਬੜੀ ਚੇਤਾਵਨੀ ਦਿੱਤੀ ਹੈਗੀ ਆ ਵੀ ਗ੍ਰੇਟ ਡਿਪਰੈਸ਼ਨ ਸਮੇਂ 'ਤੇ ਜਿੱਦਾਂ ਦੀ ਸਿਚੁਏਸ਼ਨ ਆਈ ਸੀ, ਉਸ ਹਿਸਾਬ ਨਾਲ ਜਿਹੜਾ ਰਿਸੈਸ਼ਨ ਆ ਸਕਦਾ ਹੈ। ਇਹ ਗੀਤਾ ਗੋਪੀਨਾਥ IMF ਦੀ ਚੀਫ ਇਕੋਨੋਮਿਸਟ ਆ, ਜਿਹੜਾ ਉਹਨਾਂ ਨੇ ਕਿਹਾ ਹੈਗਾ ਆ। ਸੋ ਇਹਨੂੰ ਦੇਖਦੇ ਹੋਏ ਜਿਹੜੇ ਗਲੋਬਲ ਫਾਈਨੈਂਸ ਮਿਨਿਸਟਰਸ ਆ, ਉਹਨਾਂ ਨੇ ਇਹ ਕਿਹਾ ਆ ਵੀ ਪੂਰੇ ਜਿਹੜੇ ਮੁਲਕਾਂ ਦੇ ਵੀ ਅਸੀਂ ਪੂਰੀ ਤਰ੍ਹਾਂ ਪ੍ਰਿਪੇਅਰ ਹੈਗੇ ਆ। ਜਿਹੜੀਆਂ ਸਟਰਗਲਿੰਗ ਨੇਸ਼ਨਸ ਹੈਗੀਆਂ, ਜਿਹੜੇ ਮੁਲਕ ਜ਼ਿਆਦਾ ਪ੍ਰੋਬਲਮ 'ਚ ਹੋਊਗੇ, ਉਹਨਾਂ ਨੂੰ ਅਸੀਂ ਜਿਹੜੀ ਆ ਹੈਲਪ ਕਰਾਂਗੇ। ਅਤੇ 76 ਦੇ ਕਰੀਬ ਜਿਹੜੀਆਂ ਕੰਟਰੀਜ਼ ਹੈਗੀਆਂ ਆ ਵਰਲਡ ਬੈਂਕ ਜਿਨ੍ਹਾਂ ਨੂੰ ਜਿਹੜਾ ਲੋਨ ਦਿੰਦਾ ਹੈਗਾ ਆ। ਸੋ ਕਹਿੰਦੇ ਆਉਣ ਵਾਲੇ 2 ਸਾਲਾਂ ਦੇ ਵਿੱਚ $9 ਟ੍ਰਿਲੀਅਨ ਤੱਕ ਦਾ ਜਿਹੜਾ ਇਹ ਕ੍ਰਾਈਸਿਸ ਹੋਣਾ ਹੈਗਾ ਹੈ। ਜਿਹੜੇ ਚੀਫ ਇਕੋਨੋਮਿਸਟ ਆ, ਉਹਨਾਂ ਨੇ ਇਹ ਕਿਹਾ। ਅਤੇ US ਦੀ ਇਕੋਨਮੀ ਕਹਿੰਦੇ 5.9% ਜਿਹੜੀ ਕੰਟਰੈਕਟ ਜਿਹੜੀ ਹੋ ਜਾਊਗੀ, ਹੈ ਨਾ। ਸੋ ਕਾਫੀ ਵੱਡਾ ਜਿਹੜਾ ਅਸਰ ਇਹਦੇ 'ਤੇ ਪਊਗਾ। ਕੱਲ੍ਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸਿੱਖ ਕੌਮ ਨੂੰ ਇੱਕ ਮੈਸੇਜ ਦਿੱਤਾ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲਾ ਸਮਾਂ ਬੜਾ ਮਾੜਾ ਆ। ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ, ਉਹਨਾਂ ਨੂੰ ਹੁਣ ਤੋਂ ਹੀ ਤਿਆਰ ਹੋ ਜਾਣਾ ਚਾਹੀਦਾ। ਕੋਈ ਵੀ ਉਹਨਾਂ ਦਾ ਭੈਣ ਭਰਾ ਜਿਹੜਾ ਭੁੱਖਾ ਨਾ ਮਰੇ। ਜਿੱਥੇ ਵੀ ਕਹਿੰਦੇ ਹੈਲਪ ਹੋ ਸਕਦੀ ਆ, ਵੱਧ ਤੋਂ ਵੱਧ ਸਿੱਖਾਂ ਨੇ ਕਰਨੀ ਹੈਗੀ ਆ। ਸੋ ਇਹ ਉਹਨਾਂ ਨੇ ਜਿੱਦਾਂ ਸਿੱਖ ਕੌਮ ਦੇ ਨਾਮ ਕੱਲ੍ਹ ਵਿਸਾਖੀ 'ਤੇ ਮੈਸੇਜ ਵੀ ਦਿੱਤਾ ਹੈਗਾ।
ਜੀ ਜੀ ਜੀ। ਸੋ ਇੱਕ ਵਧੀਆ ਜਿਹੜਾ ਉਸ ਦੇ ਵਿੱਚ ਮੈਸੇਜ ਸੀਗਾ। ਅਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਵੱਖ-ਵੱਖ ਜਿਹੜੀਆਂ ਚਰਚਾਵਾਂ ਇਸ ਟਾਈਮ ਚੱਲ ਰਹੀਆਂ। ਕੱਲ੍ਹ ਰਾਸ਼ਟਰਪਤੀ ਟਰੰਪ ਜਿਹੜੇ ਪੱਤਰਕਾਰਾਂ ਨਾਲ ਜਿਹੜੇ ਭਿੜੇ ਹੀ ਸੀਗੇ, ਉਸ ਦੀਆਂ ਵੀਡੀਓਜ਼ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ। ਅਤੇ ਅੱਜ ਐਂਡਰਿਊ ਕੁਮੋ ਜਿਹੜੇ ਹੈਗੇ ਨੇ ਗਵਰਨਰ ਨਿਊਯਾਰਕ ਦੇ, ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਪ੍ਰੈਜ਼ੀਡੈਂਟ ਨੇ, ਰਾਜੇ ਨਹੀਂ ਆ। ਵੀ ਉਹ ਕਹਿਣਗੇ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਅਖੀਰਲੀ ਆ, ਅਤੇ ਉਹੀ ਜਿਹੜੀ ਉਹ ਮੰਨੀ ਜਾਊਗੀ, ਕਿਉਂਕਿ ਸੰਵਿਧਾਨ ਜਿਹੜਾ ਗਵਰਨਰਸ ਨੂੰ, ਸੂਬਿਆਂ ਨੂੰ ਜਿਹੜੇ ਉਹ ਅਧਿਕਾਰ ਦਿੰਦਾ ਹੈ ਵੀ ਜਦੋਂ ਮਰਜ਼ੀ ਉਹ ਖੋਲ੍ਹ ਸਕਦੇ ਨੇ ਅਤੇ ਜਦੋਂ ਮਰਜ਼ੀ ਬੰਦ ਕਰ ਸਕਦੇ ਨੇ, ਹਾਲਾਤਾਂ ਦੇ ਮੱਦੇਨਜ਼ਰ ਜਿਹੜੇ ਰੱਖਦੇ ਹੋਏ। ਸੋ ਇੱਕ ਤਾਂ ਹਰਜੋਤ ਸਿੰਘ ਜੀ ਈਸਟ ਕੋਸਟ ਵਾਲੇ ਪਾਸੇ ਜਿਹੜੇ ਉੱਥੋਂ ਦੇ ਮਿਲ ਜੁਲ ਕੇ ਜਿੰਨੇ ਗਵਰਨਰ ਆ, ਉਹ ਇੱਕ ਸਾਂਝਾ ਪੈਕਟ ਜਿਹੜਾ ਬਣਾ ਰਹੇ ਆ। ਇੱਧਰ ਵੈਸਟ ਕੋਸਟ ਦੇ ਉੱਤੇ ਜਿਹੜਾ ਵਾਸ਼ਿੰਗਟਨ ਸਟੇਟ, ਓਰੇਗਨ ਸਟੇਟ ਅਤੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ, ਉਹਨਾਂ ਨੇ ਮਿਲ ਕੇ ਕਹਿੰਦੇ ਆ ਵੀ ਅਸੀਂ ਜਿਹੜਾ ਫੈਸਲਾ ਲੈਣਾ ਵੀ ਕਿਸ ਤਰੀਕੇ ਦੇ ਨਾਲ ਅਤੇ ਕਦੋਂ ਜਿਹੜੀ ਆ ਆਪਾਂ ਆਪਣੇ ਸੂਬਿਆਂ ਨੂੰ ਮਿਲ ਜੁਲ ਕੇ ਜਿਹੜਾ ਖੋਲ੍ਹੀਏ, ਤਾਂ ਜੋ ਕਰੋਨਾ ਵਾਇਰਸ ਦਾ ਜਿਹੜਾ ਪਸਾਰ ਇੱਕ ਹਿਸਾਬ ਦੇ ਨਾਲ ਇਹਨਾਂ ਥਾਵਾਂ ਦੇ ਉੱਤੇ ਆਪਾਂ ਘਟਾਇਆ ਆ, ਉਸ ਨੂੰ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਬਰਕਰਾਰ ਰੱਖਿਆ ਜਾ ਸਕੇ। ਸੋ ਹਾਲਾਤ ਜਿਹੜੇ ਆ ਇਸ ਤਰੀਕੇ ਦੇ ਜਿਹੜੇ ਉਹ ਬਣੇ ਪਏ ਆ। ਸੋ ਰਾਸ਼ਟਰਪਤੀ ਟਰੰਪ ਤਾਂ ਕਹਿ ਰਹੇ ਆ ਵੀ ਮੈਂ ਜੋ ਕਹਿ ਤਾ ਭਾਈ ਉਹ ਅਖੀਰਲੀ ਪੱਥਰ 'ਤੇ ਲਕੀਰ ਆ, ਪਰ ਹੁਣ ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਆ ਰਹੀ ਆ। ਹੁਣ ਟੈਕਸ ਪੇਅਰ ਮਨੀ ਦੇ ਉੱਤੇ ਰਾਸ਼ਟਰਪਤੀ ਟਰੰਪ ਆਪਣੇ ਪ੍ਰੋਪੋਗੰਡਾ ਵੀਡੀਓਜ਼ ਜਿਹੜੀਆਂ ਆ ਉਹ ਬਣਵਾ ਰਹੇ ਆ। ਭਾਈ ਜੇ ਕਰਨੀ ਆ ਤਾਂ ਆਪਣੀ ਐਡ ਜਿਹੜੀ ਆ ਉਹ ਆਪਣੀ ਉਹ ਤੁਸੀਂ ਲਾਓ, ਇੱਦਾਂ ਤਾਂ ਨਾ ਕਰੋ ਵੀ ਟੈਕਸ ਪੇਅਰ ਮਨੀ ਵਾਈਟ ਹਾਊਸ ਦੇ ਅਫੀਸ਼ੀਅਲਸ ਦੇ ਕੋਲੋਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰਵਾ ਰਹੇ ਹੋ। ਤੁਸੀਂ ਆਪਣੇ ਕੈਂਪੇਨ ਦੇ ਨੂੰ ਜਿਹੜਾ ਉਸ ਦੇ ਲਈ ਜਿਹੜਾ ਉਹ ਯੂਜ਼ ਕਰੋ, ਜਿਹੜਾ ਵੀ ਤਰੀਕੇ ਦਾ ਤੁਸੀਂ ਆਪਣਾ ਪ੍ਰਚਾਰ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਰਾਸ਼ਟਰਪਤੀ ਟਰੰਪ ਦੇ ਬਾਰੇ ਇਹੀ ਇਸ ਟਾਈਮ ਹਾਲ ਦੀ ਘੜੀ ਜਿਹੜੇ ਉਹਨਾਂ ਦੇ ਕ੍ਰਿਟਿਕ ਆ ਉਹ ਕਹਿ ਰਹੇ ਆ ਵੀ ਉਹ ਪੂਰੀ ਤਰੀਕੇ ਦੇ ਨਾਲ ਇਹ ਜਿਹੜੀਆਂ ਪ੍ਰੈਸ ਬਰੀਫਿੰਗਸ ਆ ਉਹਨਾਂ ਨੂੰ ਇੱਕ ਰੈਲੀਜ਼ ਦੇ ਵਜੋਂ ਜਿਹੜਾ ਉਹ ਯੂਜ਼ ਕਰ ਰਹੇ ਹੈਗੇ ਆ। ਜੀ, ਅਗਲੀ ਖਬਰ ਵੀ ਇਕੋਨਮੀ ਦੇ ਨਾਲ ਹੀ ਮੈਂ ਸਾਂਝੀ ਕਰਨੀ ਆ। ਅਮਰੀਕਾ ਦੇ ਵਿੱਚ ਇਹਦੀਆਂ ਜਿਹੜੀਆਂ ਦੋ ਵੱਡੀਆਂ ਬੈਂਕਾਂ ਹੈਗੀਆਂ, JP Morgan Chase ਅਤੇ ਵੈਲਸ ਫਾਰਗੋ, ਉਹ ਕਹਿੰਦੇ ਵੀ ਆਲਰੇਡੀ ਤਿਆਰ ਹੋ ਗਈਆਂ ਆ ਮੈਸਿਵ ਰਾਊਂਡ ਆਫ ਡੀਫਾਲਟਸ। ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਘਾਟਾ ਪਿਆ ਹੈਗਾ। ਅੱਜ ਜਿਹੜੇ ਉਹਨਾਂ ਨੇ ਪ੍ਰੋਫਿਟ ਦੱਸੇ ਹੈਗੇ ਆ, ਉਹਦੇ ਹਿਸਾਬ ਨਾਲ ਕਹਿੰਦੇ JP Morgan Chase ਬੈਂਕ ਦਾ 69% ਜਿਹੜਾ ਪ੍ਰੋਫਿਟ ਆ ਉਹ ਫੈਲ ਹੋਇਆ ਆ, ਉਹ ਡਾਊਨ ਗਿਆ। ਇਹ $8.2 ਬਿਲੀਅਨ ਬਣਦਾ ਹੈਗਾ। ਸਭ ਤੋਂ ਵੱਡਾ ਕਹਿੰਦੇ ਇਹ ਘਾਟਾ ਆ ਸਿੰਸ 2010 ਤੋਂ ਲੈ ਕੇ। ਇਸੇ ਤਰ੍ਹਾਂ ਵੈਲਸ ਫਾਰਗੋ ਦਾ ਪ੍ਰੋਫਿਟ 79% ਥੱਲੇ ਗਿਆ ਹੈਗਾ ਆ। ਅਤੇ ਉਹ ਕਹਿੰਦੇ ਵੀ ਅਸੀਂ ਬਹੁਤ ਟਫ ਟਾਈਮ 'ਚੋਂ ਜਾ ਰਹੇ ਹੈਗੇ ਆ। ਸੋ ਕਈ ਲੋਨ ਜਿਹੜੇ ਉਹ ਡਿਫਾਲਟ ਹੋਣਗੇ। ਅਤੇ ਇਸ ਤੋਂ ਬਾਅਦ ਜਿਹੜਾ ਗੋਲਡਮੈਨ ਸੈਕ, ਬੈਂਕ ਆਫ ਅਮਰੀਕਾ ਅਤੇ ਸਿਟੀ ਗਰੁੱਪ ਜਿਹੜੇ ਆ, ਇਹਨਾਂ ਦੀ ਜਿਹੜੀ ਅਰਨਿੰਗਸ ਹੈਗੀ ਆ ਇਹ ਬੁੱਧਵਾਰ ਨੂੰ ਆਣੀ ਆ। ਅਤੇ ਮੋਰਨਿੰਗ ਸਟਾਲ ਨੇ ਜਿਹੜੀ ਆ ਉਹਨਾਂ ਦੀ ਐਂਡ ਆਫ ਦਿਸ ਵੀਕ ਆਣੀ ਹੈਗੀ ਆ। ਸੋ ਬੈਂਕਾਂ ਨੇ ਆਲਰੇਡੀ ਜਿਹੜਾ ਅਨਾਊਂਸ ਕਰਨਾ ਸ਼ੁਰੂ ਕਰਤਾ ਵੀ ਸਾਨੂੰ ਜਿਹੜਾ ਹੁਣ ਬਹੁਤ ਵੱਡਾ ਘਾਟਾ ਪੈ ਰਿਹਾ ਹੈਗਾ। ਜੀ ਜੀ ਬਿਲਕੁਲ। ਉੱਦਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਖਬਰਾਂ ਜਿਹੜੀਆਂ ਆਉਣ ਤੋਂ ਬਾਅਦ ਦੇ ਬਾਵਜੂਦ ਵੀ ਜਿਹੜੇ ਆਪਣੇ ਡਾਓ ਜੋਨ ਅੱਜ ਮਾਰਕੀਟ ਉੱਤੇ ਨੂੰ ਗਈ ਆ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂ ਤਾਂ ਹੁਣ ਇਹ ਕਿਤੇ ਨਾ ਕਿਤੇ ਜਿਹੜੇ ਆ ਇਹ ਵੀ ਸਮਝ ਤੋਂ ਬਾਹਰ ਆ ਵੀ ਇਹ ਮਾਰਕੀਟ ਅੱਜ ਬਿਹੇਵ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕਰ ਰਹੀ ਆ, ਜਦ ਕਿ ਸਾਰੇ ਜਿਹੜੇ ਅਰਥ ਸ਼ਾਸਤਰੀ ਆ ਜਾਂ ਜਿੰਨੇ ਵੀ ਆਰਥਿਕ ਦੇ ਮਾਹਰ ਨੇ ਅਰਥਚਾਰੇ ਦੇ, ਉਹ ਇਹ ਕਹਿ ਰਹੇ ਆ ਵੀ ਇਕਨੋਮਿਕ ਸਲੋ ਡਾਊਨ ਜਿਹੜਾ ਉਹ ਆ ਰਿਹਾ ਆ। ਲੋਕਾਂ ਨੂੰ ਸ਼ਾਇਦ ਉਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਜਿਹੜਾ ਉਹ ਨਹੀਂ ਹੈਗਾ ਅਤੇ ਆਪਣੇ ਪੱਧਰ ਦੇ ਉੱਤੇ ਉਹ ਰਿਸਕ ਜਿਹੜਾ ਆ ਪੂਰੀ ਤਰੀਕੇ ਦੇ ਨਾਲ ਲੈ ਰਹੇ ਹੈਗੇ ਆ। ਅਗਲੀ ਖਬਰ ਜਿਹੜੀ ਆ ਉਹ ਕਰੋਨਾ ਵਾਇਰਸ ਨਾਲ ਖਾਸ ਕਰਕੇ ਨਰਸਿੰਗ ਹੋਮਸ ਨਾਲ ਆਪਾਂ ਡਿਸਕਸ ਕਰਨੀ ਆ। ਕਹਿੰਦੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਰਸਿੰਗ ਹੋਮਸ ਆ, ਜਿਨ੍ਹਾਂ ਦੇ ਵਿੱਚ ਬਜ਼ੁਰਗ ਆਪਣੇ ਰਹਿੰਦੇ ਹੈਗੇ ਆ, ਉਹਨਾਂ ਨੂੰ ਕਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਕੇਸ ਹੋਏ ਆ। ਕਹਿੰਦੇ ਵੀ 2300 ਦੇ ਕਰੀਬ USA ਦੇ ਵਿੱਚ ਨਰਸਿੰਗ ਹੋਮਸ, ਜਿਨ੍ਹਾਂ ਦੇ ਵਿੱਚ ਕਈਆਂ 'ਚ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਹੁੰਦੇ ਹੈਗੇ ਆ ਸੀਨੀਅਰ ਸਿਟੀਜ਼ਨ ਜਿਹੜੇ ਉਹ ਅਫੈਕਟਡ ਹੋਏ ਹੈਗੇ ਕਰੋਨਾ ਵਾਇਰਸ ਦੇ ਨਾਲ। 3000 ਰੈਜ਼ੀਡੈਂਟ ਜਿਹੜੇ ਆ ਇਹ ਨਰਸਿੰਗ ਹੋਮ 'ਚੋਂ ਹੀ ਉਹਨਾਂ ਦੀ ਜਿਹੜੀ ਡੈਥ ਹੋਈ ਹੈਗੀ ਆ। 37 ਸਟੇਟਾਂ ਦੇ ਵਿੱਚ ਜਿਹੜੇ ਨਰਸਿੰਗ ਹੋਮਸ ਆ ਇਹ ਅਫੈਕਟ ਹੋਏ ਹੈਗੇ ਆ। ਇਹ ਸਾਰਾ ਡਾਟਾ ਜਿਹੜਾ ਸੈਂਟਰ ਫॉर ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਉਹਨਾਂ ਨੇ ਮਾਰਚ ਮਹੀਨੇ ਦੇ ਆਖਰੀ ਜਿਹੜੀਆਂ ਡੇਟਸ ਆ ਉਹਨਾਂ ਨੂੰ ਉਹ ਵਿੱਚ ਦਿੱਤਾ ਹੈਗਾ। ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਜਿਹੜਾ ਕਰਦੇ ਜਾਈਏ ਗੱਲਬਾਤ, ਤਾਂ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਜਿਹੜਾ ਇਹ $1200 ਦਾ ਸਟਿਮੂਲਸ ਪੈਕੇਜ ਵਾਲਾ ਸੀਗਾ ਉਹ ਮਿਲਣਾ ਸ਼ੁਰੂ ਹੋਇਆ। ਇੱਕ ਜਿਹੜਾ ਆਦਮੀ ਆ ਉਹ ਕਹਿੰਦੇ ਵੀ ਚੈੱਕ ਕਰਨ ਦੇ ਲਈ ਇੰਡੀਆਨਾ ਦੇ ਵਿੱਚ ਉਹ ਗਿਆ। ਇੱਕ ਵੋਲੰਟੀਅਰ ਫਾਇਰ ਫਾਈਟਰ ਹੈਗਾ ਇੰਡੀਆਨਾ ਦੇ ਵਿੱਚ, ਉਹ
ਉਸਨੇ ਆਪਣੇ ATM ਦੇ ਵਿੱਚ ਕਾਰਡ ਘਸਾਇਆ, ਚੈੱਕ ਕੀਤਾ ਤੇ ਉਹਨੇ $200 ਕਹਿੰਦੇ ਕਢਾਉਣਾ ਸੀ, ਕਢਾਇਆ ਤੇ ਕਹਿੰਦੇ ਜਦ ਉਹਨੇ ਥੱਲੇ ਦੇਖਿਆ ਵੀ ਮੇਰੇ ਕਿੰਨਾ ਬਕਾਇਆ ਪਿਆ ਤੇ ਉਹ ਹੈਰਾਨ ਰਹਿ ਗਿਆ, ਕਿਉਂਕਿ ਕਹਿੰਦੇ ਵੀ ਅਚਨਚੇਤੇ ਉਸ ਦੇ ਅਕਾਊਂਟ ਦੇ ਵਿੱਚ $8.2 ਮਿਲੀਅਨ ਜਿਹੜੇ ਆ ਉਹ ਪਏ ਹੋਏ ਸੀਗੇ। ਸੋ ਉਹਨੇ ਇੱਕ ਦੋ ਵਾਰੀ ਫੇਰ ਜਿਹੜਾ ਕਾਰਡ ਜਿਹੜਾ ਘਸਾ ਕੇ ਦੇਖਿਆ ਵੀ ਕਿਤੇ ਗਲਤੀ ਤਾਂ ਨਹੀਂ ਜਿਹੜੀ ਹੋਈ। ਉਹਨੂੰ ਕਹਿੰਦਾ ਵੀ $1700 ਸਟਿਮੂਲਸ ਪੈਕੇਜ ਜਿਹੜਾ ਉਹ ਮਿਲਣਾ ਸੀਗਾ, ਪਰ ਅਚਨਚੇਤੇ ਜਿਹੜਾ ਉਹਨੇ ਦੇਖਿਆ ਵੀ ਇਹ ਚੀਜ਼ ਜਿਹੜੀ ਉਹ ਬਣ ਗਈ ਆ। ਪਰ ਕਹਿੰਦਾ ਵੀ ਹੁਣ ਮੈਂ ਮਿਲੀਅਨਰ ਬਣ ਗਿਆ, ਪਰ ਕਹਿੰਦਾ ਮੈਨੂੰ ਪਤਾ ਵੀ ਇਹ ਗਲਤੀ ਹੋਈ ਆ, ਸੋ ਇਸ ਲਈ ਮੈਂ ਹੁਣ ਇੱਕ ਵਾਰੀ ਫੇਰ ਜਿਹੜਾ ਲੱਖਾਂ ਤੋਂ ਕੱਖਾਂ ਦੇ ਵਿੱਚ ਫੇਰ ਦੁਬਾਰਾ ਆ ਜਾਣਾ ਆ। ਜੀ ਬਿਲਕੁਲ। ਸੋ ਸਟਿਮੂਲਸ ਚੈੱਕ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਇਸੇ ਤਰ੍ਹਾਂ ਜਦੋਂ ਆਪਾਂ ਅਨਾਊਂਸ ਕੀਤਾ ਸੀ ਜਿਹੜਾ ਗਵਰਨਮੈਂਟ ਵੱਲੋਂ SCBA ਵੱਲੋਂ $10,000 ਦੀ ਗ੍ਰਾਂਟ ਜਾਂ ਲੋਨ ਕੁਛ ਵੀ ਕਹਿ ਲਓ ਵੀ ਉਹ ਤੁਹਾਨੂੰ ਆਉਣਾ ਸੀ, ਸਿੱਧਾ SBA ਵੱਲੋਂ ਆਉਣਾ ਸੀ, ਤੇ ਉਹ ਪੈਸੇ ਆਣੇ ਸ਼ੁਰੂ ਹੋ ਗਏ ਹੈਗੇ ਆ। ELID ਸੀ ਜੀ ਹਾਂ, ਜਿਹੜਾ ਹਾਂਜੀ ਬਿਲਕੁਲ। ਸੋ EIDL ਉਹਦੇ ਲਈ 2.2 ਜਿਹੜਾ ਟ੍ਰਿਲੀਅਨ ਡਾਲਰ ਦਾ ਸਟਿਮੂਲਸ ਪੈਕੇਜ ਸੀ, ਉਹਦੇ ਚੋਂ ਨਹੀਂ $10 ਬਿਲੀਅਨ ਦੇ ਕਰੀਬ ਇਹ ਇਸ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ ਇਹਦਾ ਨਾਮ ਰੱਖਿਆ ਸੀ। ਬਹੁਤ ਸਾਰੇ ਇਹਨੂੰ ਜਿਹੜਾ ਆ ਗ੍ਰਾਂਟ ਇਹ ਕਹਿ ਰਹੇ ਆ, ਕਿਉਂਕਿ ਇਹਦੇ ਤੇ ਕੋਈ ਤੁਹਾਡੇ ਸਾਈਨ ਨਹੀਂ, ਕੋਈ ਕਿਸੇ ਤਰ੍ਹਾਂ ਦੇ ਲੋਨ ਦੇ ਨਹੀਂ, ਕੋਈ ਇੰਟਰਸਟ ਨਹੀਂ, ਰਿਟਰਨ ਕਰਨਾ ਨਹੀਂ ਕਰਨਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਨੇ ਅਪਲਾਈ ਕੀਤਾ ਸੀ ਇਹ। ਸੋ $10,000 ਮੈਕਸੀਮਮ ਸੀ। ਸੋ ਹੁਣ ਉਹਨਾਂ ਨੇ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਨੇ ਅਪਲਾਈ ਕਰਤਾ, ਤੇ SBA ਨੇ ਫਿਗਰ ਆਊਟ ਕੀਤਾ ਵੀ ਆਪਾਂ ਜਿਹੜਾ ਵੀ ਬਿਜ਼ਨਸ ਆ ਪਰ EMPLOYEE $1,000 ਦੇਵਾਂਗੇ, ਤੇ ਮੈਕਸੀਮਮ ਲਿਮਿਟ ਜਿਹੜੀ ਆ ਉਹਦੀ $10,000 ਹੋਊਗੀ। ਸੋ ਅੱਜ ਸਾਨੂੰ ਕਈ ਸਾਡੇ ਸਰੋਤਿਆਂ ਨੇ ਕਨਫਰਮ ਵੀ ਕੀਤਾ ਆ, ਉਹਨਾਂ ਦੇ ਬੈਂਕ ਦੇ ਵਿੱਚ ਉਹ ਪੈਸੇ ਆਉਣੇ ਸ਼ੁਰੂ ਹੋ ਗਏ। ਜੇ ਕਿਸੇ ਦੇ 2 EMPLOYEE ਸੀ ਉਸ ਟਾਈਮ ਦੇ ਉੱਤੇ ਫਰਵਰੀ 15 ਤੋਂ 2020 ਤੋਂ ਪਹਿਲਾਂ ਤੇ ਉਹਨਾਂ ਦੇ ਅਕਾਊਂਟ 'ਚ 2,000 ਹੋ ਗਿਆ। ਜੇ ਕਿਸੇ ਦੇ 8 ਸੀਗੇ ਉਹਨਾਂ ਦੇ ਅਕਾਊਂਟ 'ਚ 8,000 ਹੋ ਗਿਆ। ਸੋ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਜਿਹੜੇ ਪੈਸੇ ਆਣੇ ਸ਼ੁਰੂ ਹੋ ਗਏ ਹੈਗੇ ਆ। ਜੀ ਬਿਲਕੁਲ। ਤੇ ਉੱਧਰ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਇਸ ਟਾਈਮ ਅਮਰੀਕਾ ਦੀਆਂ ਕਹਿੰਦੇ 2100 ਤੋਂ ਵੱਧ ਅਜਿਹੀਆਂ ਸਿਟੀਜ਼ ਹੈਗੀਆਂ, ਇੱਕ ਸਰਵੇ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ, ਜਿਨ੍ਹਾਂ ਨੂੰ ਬਜਟ ਦਾ ਘਾਟਾ ਜਿਹੜਾ ਉਹ ਦੇਖਣਾ ਪੈ ਰਿਹਾ ਆ, ਜਿਹਦੇ ਕਰਕੇ ਬਹੁਤ ਸਾਰੀਆਂ ਪਲੈਨਿੰਗ ਦੇ ਵਿੱਚ ਕਟੌਤੀਆਂ ਤੇ ਕਈ ਲੇਆਫਸ ਵੀ ਜਿਹੜੀਆਂ ਜਿਹੜੀਆਂ EMPLOYEES ਆ ਉਹਨਾਂ ਦੀਆਂ ਹੋ ਸਕਦੀਆਂ ਆ। ਜਿਸ ਸਿਟੀ ਦੇ ਵਿੱਚ ਆਪਾਂ ਰਹਿੰਦੇ ਹਾਂ ਹਰਜੋਤ ਸਿੰਘ ਦੀ, ਸੈਨ ਹੋਜ਼ੇ, ਇੱਥੇ ਵੀ ਇਹਨਾਂ ਨੇ ਦੱਸਿਆ ਵੀ ਇਸ ਸਾਲ ਦੇ ਵਿੱਚ ਕਾਫੀ ਕਿੰਨੇ ਮਿਲੀਅਨ, ਆਈ ਥਿੰਕ 20 ਮਿਲੀਅਨ ਤੋਂ ਵੱਧ ਦੇ ਘਾਟੇ ਦਾ ਜਿਹੜਾ ਇਹਨਾਂ ਨੇ ਅਨੁਮਾਨ ਜਿਹੜਾ ਉਹ ਲਾਇਆ ਹੈਗਾ ਆ, ਇਹ ਕਿਆਸਰਾਈ ਕੀਤੀ ਆ। ਸੋ ਇੱਦਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਵੱਡੇ ਸ਼ਹਿਰ ਜਾਂ ਛੋਟੇ ਸ਼ਹਿਰ ਹੈਗੇ ਨੇ, ਉਹਨਾਂ ਨੂੰ ਇਸ ਕਰੋਨਾ ਵਾਇਰਸ ਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਤੇ ਇਹ ਹਰਜੋਤ ਸਿੰਘ ਜੀ ਇੱਕ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਸਕਦੀ ਆ। ਸੋ ਇਸੇ ਲਈ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਵੀ ਸੀਗੇ ਕਈ, ਜਿਹੜਾ ਉਹ $250 ਬਿਲੀਅਨ ਦਾ ਜਿਹੜਾ ਨਵਾਂ ਪੈਕੇਜ ਸੀ ਉਹਦੇ ਵਿੱਚ ਉਹ ਮੰਗ ਕਰ ਰਹੇ ਸੀਗੇ ਵੀ ਇਸ ਤਰੀਕੇ ਦੇ ਨਾਲ ਸੂਬਿਆਂ ਨੂੰ ਤੇ ਸਟੇਟਸ ਦੇ ਜਿਹੜੀਆਂ ਸਿਟੀਜ਼ ਆ ਉਹਨਾਂ ਤੱਕ ਵੀ ਇਹ ਜਿਹੜੀ ਰਾਹਤ ਆ ਉਹ ਜਾਣੀ ਚਾਹੀਦੀ ਆ। ਪਰ ਜਿਹੜੇ ਇਸ ਟਾਈਮ ਵਿੱਚ ਮੈਕੋਨਲ ਸੀਗੇ ਉਹ ਬਜਟ ਸੀਗੇ, ਉਹ ਕਹਿੰਦੇ ਸੀਗੇ ਵੀ ਨਹੀਂ, ਅਸੀਂ ਇਹਨਾਂ ਨਾਲ ਹੋਰ ਨੈਗੋਸ਼ੀਏਟ ਨਹੀਂ ਕਰਨਾ, ਤੇ ਅਸੀਂ ਜਿਹੜਾ ਸਿਰਫ ਤੇ ਸਿਰਫ ਸਮਾਲ ਬਿਜ਼ਨਸ ਦੇ ਲਈ ਹੀ ਇਸ ਨੂੰ ਆਪਾਂ ਰਨ ਕਰਾਂਗੇ। ਸਭ ਨੂੰ ਪਤਾ ਹੈ ਹਰਜੋਤ ਸਿੰਘ ਜੀ, ਸਮਾਲ ਬਿਜ਼ਨਸ ਫਿਰ ਅਫੈਕਟ ਹੁੰਦੇ ਜੇ ਸਿਟੀ ਵੀ ਚੰਗੀ ਤਰੀਕੇ ਨਾਲ ਕੰਮ ਨਾ ਕਰੇ। ਤੁਹਾਨੂੰ ਲਾਇਸੈਂਸ ਮਿਲਣ 'ਚ ਦੇਰੀਆਂ, ਤੁਹਾਨੂੰ ਪਰਮਿਟ ਮਿਲਣ ਦੇ ਵਿੱਚ ਦੇਰੀਆਂ, ਤੇ ਉਹ ਸਾਰਾ ਕੁਝ ਹੋਊਗਾ ਤਾਂ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਓਵਰਆਲ ਜਿਹੜਾ ਇਫੈਕਟ ਪੈਣਾ ਆ। ਸੋ ਇਹ ਕਿਤੇ ਨਾ ਕਿਤੇ ਜਿਹੜੇ IMF ਵਾਲੇ ਆਖਦੇ ਆ ਵੀ ਆਰਥਿਕ ਤੌਰ ਦੇ ਉੱਤੇ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਸਕਦੀ ਆ। ਇਹ ਕਿਤੇ ਨਾ ਕਿਤੇ ਇੱਦਾਂ ਦੀਆਂ ਚੀਜ਼ਾਂ ਖਬਰਾਂ ਤੋਂ ਸੁਣ ਕੇ ਜਿਹੜਾ ਜ਼ਰੂਰ ਇਸ ਪੱਖੋਂ ਜਿਹੜਾ ਡਰ ਜ਼ਰੂਰ ਲੱਗਦਾ ਹੈਗਾ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ, ਫਾਇਰ ਡਿਪਾਰਟਮੈਂਟਸ, ਪੁਲਿਸ ਡਿਪਾਰਟਮੈਂਟਸ, ਸਿਟੀ ਦੇ ਆਫੀਸ਼ੀਅਲ, ਬਹੁਤ ਸਾਰੇ ਕਾਉਂਟੀਜ਼ ਦੇ ਜਿਹੜੇ ਹਸਪੀਟਲ ਹੁੰਦੇ ਆ, ਸੋ ਉਹਨਾਂ ਦੇ ਵਿੱਚ ਕੱਟ ਹੋ ਸਕਦੇ ਆ, ਕਿਉਂਕਿ ਮਿਲੀਅਨਸ ਬਿਲੀਅਨਸ ਆਫ ਡਾਲਰ ਜਿਹੜਾ ਆ ਆਲਰੇਡੀ ਲੋਕਾਂ ਨੇ ਪ੍ਰੋਪਰਟੀ ਟੈਕਸ ਨਹੀਂ ਦਿੱਤਾ। ਇਹ ਵੀ ਖਬਰਾਂ ਆ ਰਹੀਆਂ। ਸੋ ਜਿਹੜੇ ਪ੍ਰੋਪਰਟੀ ਟੈਕਸ ਹੁੰਦੇ ਆ, ਚਾਹੇ ਉਹ ਬਿਜ਼ਨਸ ਤੋਂ ਹੁੰਦੇ ਆ, ਚਾਹੇ ਉਹ ਇੰਡੀਵਿਜੂਅਲ ਘਰਾਂ ਤੋਂ ਹੁੰਦੇ ਆ, ਜਦੋਂ ਉਹ ਉਹਨਾਂ ਕੋਲ ਨਹੀਂ ਜਾਣਾ ਤੇ ਉਹ ਫਿਰ ਜਿਹੜਾ ਆ ਉਹਨਾਂ ਨੇ ਲੂਜ਼ ਕਰਨਾ ਆ। ਸੋ ਕੀ ਹੁੰਦਾ ਆ ਵੀ ਉਹ ਤੁਹਾਨੂੰ ਫੋਰਕਲੋਜ਼ ਤਾਂ ਨਹੀਂ ਕਰ ਸਕਦੇ, ਕਿਉਂਕਿ ਪ੍ਰੋਪਰਟੀ ਟੈਕਸ ਨਾ ਦੇਣ ਕਰਕੇ ਕਈ ਵਾਰ ਸਾਲਾਂ ਬੱਧੀ ਲੱਗ ਜਾਂਦੇ ਆ। ਤੁਹਾਡੇ ਘਰਾਂ ਦੇ ਉੱਤੇ ਉਹ ਐਡ ਹੁੰਦਾ ਰਹਿੰਦਾ, ਜਦੋਂ ਕਿਤੇ ਤੁਸੀਂ ਸੈੱਲ ਕਰੋਗੇ ਤੇ ਉਦੋਂ ਉਹ ਪੈਸੇ ਕਲੈਕਟ ਕਰ ਲੈਂਦੇ ਆ। ਪਰ ਜਿਸ ਤਰ੍ਹਾਂ ਲੱਗਦਾ ਕਹਿੰਦੇ ਵੀ ਰੀਅਲ ਸਟੇਟ ਦੇ ਉੱਤੇ ਵੀ ਬੁਰਾ ਅਸਰ ਪਊਗਾ, ਆਉਣ ਵਾਲੇ ਦਿਨਾਂ 'ਚ, ਮਹੀਨਿਆਂ 'ਚ ਪਤਾ ਲੱਗੂਗਾ। ਫਿਰ ਜੇ ਪ੍ਰਾਈਸਾਂ ਹੀ ਰੀਅਲ ਸਟੇਟ ਦੀਆਂ ਥੱਲੇ ਚੱਲ ਗਈਆਂ ਤਾਂ ਸਿਟੀ ਵਾਲੇ ਜਾਂ ਕਾਉਂਟੀ ਵਾਲੇ ਕਿਸ ਤਰ੍ਹਾਂ ਜਿਹੜੇ ਪੈਸੇ ਉਹ ਕਲੈਕਟ ਕਰਨਗੇ।
ਜੀ ਜੀ ਬਿਲਕੁਲ। ਅਗਲੀ ਜਿਹੜੀ ਖਬਰ ਜਿਹੜੀ ਇਸ ਦੇ ਨਾਲ ਹੀ ਸੰਬੰਧਿਤ ਟੋਕੀਓ ਜਾਪਾਨ ਤੋਂ ਆ ਰਹੀ ਆ। ਉਹਨਾਂ ਦੀ ਜਿਹੜੀ ਓਲੰਪਿਕ ਕਮੇਟੀ ਉਹਨਾਂ ਨੇ ਆਖਿਆ ਆ ਵੀ ਕਹਿੰਦੇ ਵੀ ਜਿਹੜੀਆਂ 2020 ਜਿਹੜੀਆਂ ਪੋਸਟਪੋਨ ਕੀਤੀਆਂ ਗਈਆਂ ਨੇ ਜਿਹੜੀਆਂ ਅਗਲੇ ਸਾਲ ਦੇ ਵਿੱਚ ਆ, ਕਹਿੰਦੇ ਵੀ ਜੇ ਉਹ ਕਿਤੇ ਦੁਬਾਰਾ ਡਿਲੇ ਕਰਨੀਆਂ ਪੈ ਗਈਆਂ ਤੇ ਕਹਿੰਦੇ ਸਾਡੇ ਕੋਲ ਕੋਈ ਬੈਕਅਪ ਪਲਾਨ ਨਹੀਂ ਹੈਗਾ। ਸੋ ਇਹ ਵੀ ਜਿਹੜਾ ਇੱਕ ਕਿਆਸਰਾਈ ਹੈਗੀ ਆ। ਇੱਕ ਜਿਹੜੇ ਓਲੰਪਿਕ ਵਾਲੇ ਉਹਨਾਂ ਨੂੰ ਡਰ ਲੱਗਾ ਆ ਵੀ ਕਿਤੇ ਇਹ ਨਾ ਹੋਵੇ ਵੀ ਇਹ ਜਿਹੜੀਆਂ ਓਲੰਪਿਕਸ ਆ ਉਹ ਹੋਣ ਹੀ ਨਾ। ਆਲਰੇਡੀ ਜਿਹੜੀਆਂ ਇਹ 2021 ਦੇ ਵਿੱਚ ਇਹਨਾਂ ਨੂੰ ਅਗਲੇ ਸਾਲ ਦੇ ਵਿੱਚ ਪਾ ਦਿੱਤਾ ਗਿਆ ਆ। ਅਤੇ ਜਿਹੜੇ ਟੋਕੀਓ ਓਲੰਪਿਕਸ ਦੇ ਮੇਨ ਹੈਗੇ ਨੇ ਉਹਨਾਂ ਨੇ ਦੱਸਿਆ ਆ ਵੀ ਚਲੋ ਵੀ ਡੋਂਟ ਹੈਵ ਏ ਪਲਾਨ ਬੀ। ਉਹਨਾਂ ਨੇ ਇਹ ਦੱਸਿਆ ਵੀ ਜੇ ਇਹਨਾਂ ਪੋਸਟਪੋਨ ਕੀਤੀਆਂ ਨੂੰ ਜੇ ਕਿਤੇ ਦੁਬਾਰਾ ਪੋਸਟਪੋਨ ਕਰਨਾ ਪੈ ਗਿਆ ਤਾਂ ਹਾਲਾਤ ਜਿਹੜੇ ਉਹਨਾਂ ਦੇ ਮਾੜੇ ਹੀ ਆ। ਮੈਨੂੰ ਲੱਗਦਾ ਹਰਜੋਤ ਸਿੰਘ ਜੀ ਟੋਕੀਓ ਵਾਲੇ ਜਾਪਾਨ ਵਾਲਿਆਂ ਦਾ ਇਸ ਦੇ ਕਰਕੇ ਕਾਫੀ ਕੰਮ ਖਰਾਬ ਹੋ ਸਕਦਾ। ਅਰਥਚਾਰਾ ਪਤਾ ਨਹੀਂ ਆਉਂਦੇ 1 ਸਾਲ ਤਾਈਂ ਕਿੱਦਾਂ ਦਾ ਜਿਹੜਾ ਉਹ ਰਹਿਣਾ ਆ। ਅਤੇ ਜੇ ਕਿਤੇ ਇਹਦੇ ਉੱਤੇ ਵੀ ਗਾਜ ਜਿਹੜੀ ਉਹ ਡਿੱਗ ਗਈ ਅਤੇ ਉਹ ਬਹੁਤ ਮਾੜੀ ਗੱਲ ਆ। ਅਤੇ ਉਹਨਾਂ ਜਿਹੜੇ ਪਲੇਅਰਸ ਐਥਲੀਟਸ ਦੇ ਵੀ ਮਾੜਾ ਮਹਿਸੂਸ ਹੁੰਦਾ, ਉਹਨਾਂ ਦੇ ਮਨਾਂ ਦੇ ਉੱਤੇ ਵੀ ਜਿਹੜੇ ਕਿ ਇਸ ਟਾਈਮ ਆਪਣੀ ਪੀਕ ਫਾਰਮ ਦੇ ਵਿੱਚ ਹੋਣਗੇ, ਜਿਨ੍ਹਾਂ ਨੇ ਪੂਰੀ ਤਿਆਰੀ ਕੀਤੀ ਹੋਣੀ ਹੈ। ਕਈਆਂ ਦਾ ਅਖੀਰਲਾ ਮੌਕਾ ਹੋਣਾ, ਕਈਆਂ ਨੇ ਨਵਾਂ ਕਰਨਾ ਆ, ਕਈਆਂ ਨੇ ਆਪਣੇ ਆਪ ਨੂੰ ਹੋਰ ਬਿਹਤਰ ਕਰਕੇ ਜਿਹੜਾ ਦਿਖਾਉਣਾ ਹੈ। ਉਹਨਾਂ ਸਾਰਿਆਂ ਦੇ ਉੱਤੇ ਵੀ ਇੱਕ ਕਾਫੀ ਇੱਕ ਝਟਕੇ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਆ ਜੀ। ਸੋ ਬਿਲਕੁਲ USA ਦੇ ਵਿੱਚ ਜਿਹੜਾ USA ਨੂੰ ਰੀਓਪਨ ਕਰਨ ਦੇ ਲਈ ਅੱਜ ਜਿਹੜੇ ਜੋ ਬਾਈਡਨ ਆ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਹੁਣ ਕੈਂਡੀਡੇਟ ਵੀ ਆ, ਉਹਨਾਂ ਨੇ ਵੀ ਆਪਣੇ ਜਿਹੜੇ ਬਿਆਨ ਦਿੱਤੇ ਆ ਵੀ ਕਿਸ ਤਰ੍ਹਾਂ ਸਾਨੂੰ ਮੁਲਕ ਨੂੰ ਦੁਬਾਰਾ ਕੀ ਖੋਲ੍ਹਣਾ ਚਾਹੀਦਾ ਆ। ਉਹ ਕਹਿੰਦੇ ਵੀ ਜਿਹੜੀ ਟੈਸਟਿੰਗ ਆ ਉਹ ਪਰ ਅਗਲੀ ਡੈਨਮਾਰਕ ਤੋਂ ਆ ਰਹੀ ਆ। ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਮੈਟੀ ਫਰੈਡਰਿਕਸਨ, ਉਹਨਾਂ ਨੇ ਕਿਹਾ ਵੀ ਅਸੀਂ ਪਹਿਲੇ ਫੇਜ਼ ਦੇ ਵਿੱਚ ਪਹੁੰਚੇ ਹਾਂ ਰੀਓਪਨਿੰਗ ਦੀ। ਕਹਿੰਦੇ ਵੀ ਜਿੰਨੇ ਅਨੁਮਾਨ ਸੀਗੇ ਨਵੇਂ ਕੇਸਾਂ ਦੀ ਉਸ ਤੋਂ ਜਿਹੜੀ ਆ ਘੱਟ ਉਹਨਾਂ ਨੇ ਡੈਨਮਾਰਕ ਦੇ ਵਿੱਚ ਕੇਸ ਜਿਹੜੇ ਉਹ ਸਾਹਮਣੇ ਆਏ ਆ, ਜਿਸ ਕਰਕੇ ਉਹ ਹੁਣ ਆਪਣੇ ਮੁਲਕ ਨੂੰ ਦੁਬਾਰਾ ਓਪਨ ਕਰਨ ਜਾ ਰਹੇ ਨੇ ਅਤੇ ਉਸ ਦੀ ਜਿਹੜੀ ਫੇਜ਼ 1 ਦੇ ਵਿੱਚ ਉਹ ਪਹੁੰਚ ਚੁੱਕੇ ਨੇ। ਕਹਿੰਦੇ ਕੱਲ੍ਹ ਤੋਂ ਅਸੀਂ ਕੁਛ ਕੁ ਸਕੂਲ ਜਿਹੜੇ ਕਿ ਯੰਗਰ ਸਟੂਡੈਂਟਸ ਆ ਉਹਨਾਂ ਦੇ ਲਈ ਉਹ ਓਪਨ ਕਰਾਂਗੇ। ਸੋ ਸਟੈਪ ਬਾਏ ਸਟੈਪ ਉਹਨਾਂ ਨੇ ਉੱਥੇ ਮੁਲਕ ਨੂੰ ਦੁਬਾਰਾ ਓਪਨ ਕਰਨ ਦੇ ਵੱਲ ਨੂੰ ਜਿਹੜੇ ਕਦਮ ਵਧਾਉਣੇ ਸ਼ੁਰੂ ਕੀਤੇ ਹੈਗੇ ਨੇ। ਜੀ ਬਿਲਕੁਲ। ਹੁਣ ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ।
ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੇਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD, 9166889994, 8191 ਟਿੰਬਰਲੇਕ ਵੇ, ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਇੱਕ ਇੰਸ਼ੋਰੈਂਸ ਦੇ ਪੱਖ ਤੋਂ ਜਿਹੜੀ ਚਰਚਾ ਆ ਉਹ ਸੁਣਨ ਨੂੰ ਜਿਹੜੀ ਮਿਲ ਰਹੀ ਆ, ਖਾਸ ਕਰਕੇ ਵਰਕਰ ਕੌਂਪ ਨੂੰ ਲੈ ਕੇ, ਕਿਉਂਕਿ ਵਰਕਰ ਕੌਂਪ ਤੁਸੀਂ ਇਸ ਦੇ ਬਾਰੇ ਬਿਹਤਰ ਜ਼ਿਆਦਾ ਜਾਣਕਾਰੀ ਜਿਹੜੀ ਉਹ ਦੇ ਸਕਦੇ ਹੋ ਵੀ ਜੇ ਕੋਈ ਕਿਸੇ ਨੂੰ ਸੱਟ ਲੱਗਦੀ ਆ ਜਾਂ ਵਰਕ ਦੇ ਉੱਤੇ ਕੰਮ ਕਰਦੇ ਹੋਏ ਕੋਈ ਬਿਮਾਰ ਪੈਂਦਾ ਹੈ ਤੇ ਉਹਨੂੰ ਕੋਈ ਨਾ ਕੋਈ ਕੰਪਨਸੇਸ਼ਨ ਉਸ ਦੇ ਜ਼ਰੀਏ ਜਿਹੜੀ ਉਹ ਮਿਲਦੀ ਆ ਜੀ। ਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਅਸੈਂਸ਼ੀਅਲ ਵਰਕਰ ਨੇ, ਜਿਨ੍ਹਾਂ ਨੂੰ ਸੈਕਰੀਫਾਈਸਲ ਵਰਕਰ ਵੀ ਜਿਹੜਾ ਉਹ ਆਖਿਆ ਜਾ ਰਿਹਾ ਆ, ਨਾਲ ਦੇ ਨਾਲ ਵੀ ਕਹਿੰਦੇ ਵੀ ਜੇ ਕਿਸੇ ਨੂੰ ਉੱਥੋਂ ਕਰੋਨਾ ਵਾਇਰਸ ਹੋ ਜਾਂਦਾ ਆ ਜਾਂ ਉਸ ਦੇ ਕਰਕੇ ਉਹ ਬਿਮਾਰ ਹੁੰਦਾ ਆ, ਕੀ ਵਰਕਰ ਕੌਂਪ ਉਹਨਾਂ ਨੂੰ ਫਿਰ ਕਵਰ ਕਰੂਗੀ? ਜੀ ਮੇਰੇ ਹਿਸਾਬ ਨਾਲ ਤਾਂ ਕਵਰ ਕਰਨਾ ਚਾਹੀਦਾ। ਇਹਦੇ ਸੰਬੰਧ ਦੇ ਵਿੱਚ ਹਜੇ ਡਿਟੇਲਸ ਆ ਰਹੀਆਂ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਨੂੰ ਇਹ ਕਵਰ ਕਰਨਾ ਚਾਹੀਦਾ ਆ। ਸੋ ਹੁਣ ਇਹ ਦੇਖੋ ਵੀ ਇੰਸ਼ੋਰੈਂਸ ਕੰਪਨੀਜ਼ ਕਿਸ ਤਰ੍ਹਾਂ ਉਹਦੇ ਜਿਹੜਾ ਰਿਐਕਟ ਕਰਨਗੀਆਂ। ਵੈਸੇ ਜਿਹੜੀ ਵਰਕਰਸ ਕੌਂਪ ਇਹ ਹੁੰਦੀ ਆ ਵੀ ਜੇ ਤੁਸੀਂ ਕੰਮ ਤੇ ਕਿਸੇ ਤਰ੍ਹਾਂ ਤੁਹਾਡੀ ਸੱਟ ਲੱਗ ਜਾਏ, ਕਿਸੇ ਦੀ ਡੈਥ ਹੋ ਜਾਏ, ਤੇ ਉਹ ਵਰਕਰਸ ਕੌਂਪ ਜਿਹੜੀ ਆ ਉਹਨੂੰ ਕਵਰ ਕਰਦੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਅਜੇ ਜਿੱਦਾਂ ਆਖਿਆ ਜਾ ਰਿਹਾ ਬਹੁਤ ਸਾਰੇ ਵਰਕਰਸ ਨੂੰ ਵੀ ਜੇ ਤੁਸੀਂ ਸਿੱਕ ਮਹਿਸੂਸ ਕਰਦੇ ਹੋ ਤੁਸੀਂ ਕੰਮ ਤੇ ਨਾ ਆਓ ਜਾਂ ਇੱਦਾਂ ਕਰੋ, ਅਜਿਹੇ ਮਾਮਲਿਆਂ ਦੇ ਵਿੱਚ ਕੁਝ ਵਰਕਰ ਕੌਂਪ ਦੇ ਵੱਲੋਂ ਕੁਝ ਹੁੰਦਾ ਆ ਜਾਂ ਉਹਨਾਂ ਨੂੰ ਫਿਰ ਅਨਇੰਪਲੋਇਮੈਂਟ ਵਗੈਰਾ ਹੀ ਜਿਹੜੀ ਫਾਈਲ ਕਰਨੀ ਪੈਂਦੀ? ਉਹਦੇ 'ਚ ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਸਿੱਕ ਲੀਵ ਜਿਹੜੇ ਯੂਜ਼ ਕਰ ਰਹੇ ਹੈਗੇ ਆ, ਜਾਂ ਉਹਨਾਂ ਦੀ ਆਪਣੀਆਂ ਰੈਗੂਲਰ ਵਕੇਸ਼ਨ ਟਾਈਮ, ਜਾਂ ਹੋ ਸਕਦਾ ਉਹ ਅਨਇੰਪਲੋਇਮੈਂਟ ਵੀ ਫਾਈਲ ਕਰ ਸਕਦੇ। ਵੱਖ-ਵੱਖ ਸਿਚੁਏਸ਼ਨਸ ਹੈਗੀਆਂ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਸਿੱਕ ਲੀਵ ਵੀ ਦੇ ਰਹੀਆਂ, ਮਹੀਨਾ ਡੇਢ ਮਹੀਨਿਆਂ ਦੀਆਂ। ਕਈ ਸਿਟੀਜ਼ ਨੇ ਵੀ, ਜਿਸ ਤਰ੍ਹਾਂ ਲਾਸ ਐਂਜਲਸ ਸਿਟੀ ਨੇ ਵੀ ਕਿਹਾ ਆ, ਉਹਨਾਂ ਨੇ ਸਿੱਕ ਲੀਵ ਕਾਫੀ ਵਧਾਈ ਹੈਗੀ ਆ। ਪਰ ਵਧਾਈ ਉਹਨਾਂ ਦੀ ਆ ਜਿਨ੍ਹਾਂ ਦੇ 500 ਤੋਂ ਵੱਧ ਇੰਪਲਾਈ ਹੈਗੇ ਆ ਬਿਗ ਕਾਰਪੋਰੇਸ਼ਨ ਦੇ ਲਈ। ਪਰ ਜਿਹੜੇ ਛੋਟੇ ਬਿਜ਼ਨਸ ਲਈ ਕੰਮ ਕਰਦੇ ਆ ਉਹਨਾਂ ਲਈ ਕਈ ਵਾਰ ਸਰਵਾਈਵ ਕਰਨਾ ਵੀ ਔਖਾ ਹੁੰਦਾ। ਸੋ ਉਹਦੇ ਲਈ ਤੁਸੀਂ ਆਪਣੇ ਇੰਪਲਾਇਰ ਨਾਲ ਜਾਂ ਜਿਹੜੀ ਅਨਇੰਪਲੋਇਮੈਂਟ ਆਫਿਸ ਆ ਆਪਣੀ ਸਟੇਟ ਦਾ, ਉਹਦੇ ਨਾਲ ਕੰਟੈਕਟ ਕਰ ਸਕਦੇ ਆ ਜੀ। ਪਰ ਉੱਦਾਂ ਵੈਸੇ ਵਰਕਰ ਕੌਂਪ ਦੇ ਵਿੱਚ ਕਹਿੰਦੇ ਵੀ ਬਗੈਰ ਕਿਸੇ ਵੀ ਕਿਉਂਕਿ ਪੂਰਾ ਐਵੀਡੈਂਸ ਸ਼ੋਅ ਕਰਨਾ ਪੈਣਾ, ਕਿਉਂਕਿ ਕਰੋਨਾ ਵਾਇਰਸ ਦਾ ਸ਼ੋਅ ਕਰਨਾ ਵੀ ਵਾਕਿਆ ਹੀ ਇੱਥੋਂ ਹੀ ਤੁਹਾਨੂੰ ਕੰਮ ਤੋਂ ਹੋਇਆ ਆ, ਇਹ ਕਾਫੀ ਮੁਸ਼ਕਿਲ ਹੋਊਗਾ। ਤੇ ਕਿਉਂਕਿ ਸਮੱਸਿਆ ਇਹ ਵੀ ਹੈ ਨਾ ਵੀ ਕਰੋਨਾ ਵਾਇਰਸ ਦੀ ਟੈਸਟਿੰਗ ਤਾਂ ਚਲੋ ਫ੍ਰੀ ਆ, 30 ਲੱਖ ਤੋਂ ਵੱਧ ਬੰਦਿਆਂ ਦੀ ਅਮਰੀਕਾ ਦੇ ਵਿੱਚ ਤਕਰੀਬਨ ਟੈਸਟਿੰਗ ਜਿਹੜੀ ਉਹ ਹੋ ਚੁੱਕੀ ਹੋਈ ਆ,
ਪਰ ਗੱਲ ਇਹ ਆ ਵੀ ਉਸ ਦਾ ਇਲਾਜ ਬੜਾ ਮਹਿੰਗਾ ਆ। ਜੇ ਬਾਈ ਚਾਂਸ ਕਿਸੇ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣਾ ਪੈਂਦਾ ਆ ਤਾਂ ਉਹ ਇਲਾਜ ਬਹੁਤ ਮਹਿੰਗਾ ਆ। ਸੋ ਇਹ ਆਈ ਥਿੰਕ ਇਹ ਇੱਕ ਵਧੀਆ ਸਮਾਂ ਹੈਗਾ। ਜਿਨ੍ਹਾਂ ਨੇ ਇਸ ਸਾਲ ਦੇ ਵਿੱਚ ਅਜੇ ਤੱਕ ਹੈਲਥ ਇੰਸ਼ੋਰੈਂਸ ਵੀ ਨਹੀਂ ਲਈ, ਉਹ ਜ਼ਰੂਰ ਤੁਸੀਂ ਲੈ ਲਓ। ਕਵਰਡ ਕੈਲੀਫੋਰਨੀਆ ਦੇ ਨਿਵਾਸੀਆਂ ਦੇ ਲਈ ਕਵਰਡ ਕੈਲੀਫੋਰਨੀਆ ਬਹੁਤ ਵਧੀਆ ਜਿਹੜੀ ਅਰੇਂਜਮੈਂਟ ਆ ਉਹ ਕਰ ਰਹੇ ਆ। ਉਹਨਾਂ ਨੇ ਜੂਨ ਤੱਕ ਜਿਹੜਾ ਟਾਈਮ ਐਕਸਟੈਂਡ ਕੀਤਾ। ਆਈ ਥਿੰਕ ਹਰਜੋਤ ਸਿੰਘ ਜੀ ਤੁਸੀਂ ਇਸ ਦੇ ਉੱਤੇ ਥੋੜ੍ਹਾ ਜਿਹਾ ਜ਼ਰੂਰ ਜਿਹੜਾ ਜਾਣਕਾਰੀ ਤੁਸੀਂ ਹੋਰ ਦਿਓ ਵੀ ਕਿਉਂ ਇੰਨੀ ਜ਼ਿਆਦਾ ਇਸ ਟਾਈਮ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈਗੀ ਆ। ਜੀ ਸੋ ਬਿਲਕੁਲ ਤੁਸੀਂ ਦੇਖੋ ਪਈ ਕਈ ਸਟੇਟਸ ਤੋਂ ਇਹ ਖਬਰਾਂ ਆ ਰਹੀਆਂ ਵੀ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਦਾ 3-3 ਲੱਖ ਡਾਲਰ ਦਾ ਜਿਹੜਾ ਬਿੱਲ ਬਣਿਆ ਹੈਗਾ। ਇਹ ਹਰ ਇੱਕ ਨੂੰ ਆਪਾਂ ਨੂੰ ਪਤਾ ਹੈਗਾ, ਜਿੰਨੇ ਵੀ ਆਪਾਂ ਅਮਰੀਕਾ 'ਚ ਰਹਿੰਦੇ ਹੈਗੇ ਆ। ਰੱਬ ਨਾ ਕਰੇ ਜੇ ਕਿਤੇ ਤੁਸੀਂ ਜਾਂ ਤੁਹਾਡੇ ਘਰ ਦਾ ਮੈਂਬਰ ਹਸਪੀਟਲ ਚਲ ਜਾਏ, ਇੱਕ ਦਿਨ ਦਾ ਇਹ ਬਿੱਲ ਜਿਹੜਾ ਆ ਉਹ 10 ਤੋਂ ਲੈ ਕੇ 20,000 ਡਾਲਰ ਬਣਾ ਦਿੰਦੇ ਆ। ਸੋ ਜੇ ਕਿਤੇ 5-7 ਦਿਨ ਬੰਦਾ ਰਹਿ ਜਾਏ ਹਸਪਤਾਲ 'ਚ ਤਾਂ ਉਹ ਲੱਖਾਂ ਦੇ ਹਿਸਾਬ ਨਾਲ ਬਿੱਲ ਬਣ ਜਾਂਦਾ ਹੈਗਾ। ਸੋ ਬਹੁਤ ਸਾਰੀਆਂ ਸਟੇਟਾਂ 'ਚ ਅੱਜ ਦੀ ਡੇਟ 'ਚ ਤੁਸੀਂ ਇੰਸ਼ੋਰੈਂਸ ਨਹੀਂ ਕਰਾ ਸਕਦੇ ਹੈਗੇ। ਕੈਲੀਫੋਰਨੀਆ ਨੇ ਇਹ ਐਕਸਟੈਂਡ ਕਰ ਦਿੱਤੀ ਹੈ ਜੂਨ ਤੱਕ। ਬਹੁਤ ਸਾਰੇ ਲੋਕ ਜਿਹੜੇ ਲੇ ਆਫ ਹੋ ਰਹੇ ਹੈਗੇ ਆ, ਕੰਮ ਛੱਡ ਰਹੇ, ਉਹਨਾਂ ਦੀ ਟੁੱਟ ਜਾਣੀ ਹੈ ਇੰਸ਼ੋਰੈਂਸ, ਉਹ ਤੁਸੀਂ ਹੈਲਥ ਇੰਸ਼ੋਰੈਂਸ ਲੈ ਸਕਦੇ ਆ। ਕਈ ਜਿਹੜੇ ਕਾਉਂਟੀ ਦਾ ਮੈਡੀਕਲ ਫ੍ਰੀ ਲੈ ਸਕਦੇ ਹੈਗੇ ਆ। ਜੇ ਤੁਸੀਂ ਸਿਟੀਜ਼ਨ ਹੈਗੇ ਆ ਆਲਰੇਡੀ, ਤੁਹਾਨੂੰ ਕੋਈ ਫਿਕਰ ਨਹੀਂ, ਤੁਹਾਡੇ ਕੋਲ ਕੋਈ ਇਨਕਮ ਨਹੀਂ, ਤੁਸੀਂ ਜਿਹੜਾ ਕਾਉਂਟੀ ਦਾ ਮੈਡੀਕਲ ਵੀ ਅਪਲਾਈ ਕਰ ਸਕਦੇ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਅੱਜ ਦੀ ਡੇਟ 'ਚ ਕੈਲੀਫੋਰਨੀਆ ਦੇ ਬਹੁਤ ਸਾਰੇ ਕਿ ਸਾਰੇ ਜਿਹੜੇ ਕਾਉਂਟੀ ਦੇ ਆਫਿਸਿਸ ਉਹ ਸ਼ਟ ਡਾਊਨ ਆ। ਇੰਪਲਾਈਜ਼ ਕੰਮ ਕਰਦੇ ਹੈਗੇ ਆ, ਕੁਛ ਕੁ ਅੰਦਰ ਜਾ ਕੇ ਕਰਦੇ, ਕੁਛ ਘਰਾਂ ਤੋਂ ਕਰਦੇ ਆ, ਪਰ ਉਹਨੀ ਆਫਿਸਿਸ ਲੌਕ ਕੀਤੋ। ਜੇ ਤੁਸੀਂ ਕਾਉਂਟੀ ਦੇ ਹੈਲਥ ਸਰਵਿਸਿਜ਼ ਡਿਪਾਰਟਮੈਂਟ ਜਾਓਗੇ ਤਾਂ ਉਹਨਾਂ ਦੇ ਆਫਿਸ ਤੁਸੀਂ ਐਂਟਰ ਨਹੀਂ ਕਰ ਸਕਦੇ। ਇਸੇ ਤਰ੍ਹਾਂ ਓਬਾਮਾ ਕੇਅਰ ਜਿਹੜਾ ਕਵਰਡ ਕੈਲੀਫੋਰਨੀਆ ਦਾ ਆਫਿਸ ਹੈਗਾ ਆ, ਉੱਥੇ ਵੀ ਜੇ ਤੁਸੀਂ ਕਾਲ ਕਰੋ ਕਈ ਵਾਰੀ ਤਾਂ ਘੰਟਾ ਵੇਟਿੰਗ ਆ, ਕਈ ਵਾਰੀ ਤਾਂ ਪੂਰਾ ਦਿਨ ਉਹ ਫੋਨ ਨਹੀਂ ਚੱਕਦੇ ਹੈਗੇ। ਸੋ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਆ। ਸੋ ਇਹ ਵੀ ਮੈਂ ਸਰੋਤਿਆਂ ਨੂੰ ਦੱਸਦੀ ਜਾਵਾਂ, ਜਦੋਂ ਤੁਹਾਡੀ ਕੋਈ ਹੈਲਥ ਇੰਸ਼ੋਰੈਂਸ ਕੋਈ ਵੀ ਨਵਾਂ ਅਪਲਾਈ ਕਰਦਾ ਆ, ਉਹ ਰਾਈਟ ਵੇ ਨਹੀਂ ਸ਼ੁਰੂ ਹੁੰਦੀ। ਬਹੁਤ ਸਾਰੇ ਲੋਕ ਇਸ ਭੁਲੇਖੇ 'ਚ 30 ਦਿਨ ਦਾ ਜਿਹੜਾ ਵੇਟਿੰਗ ਪੀਰੀਅਡ ਹੁੰਦਾ। ਸੋ ਮੰਨ ਲਓ ਵੀ ਜੇ ਅੱਜ ਦੀ ਡੇਟ 'ਚ ਕੋਈ ਕਰਾਊਗਾ, ਉਹਦੀ ਹੋਪਫੁਲੀ ਪਹਿਲੀ ਜਿਹੜੀ ਮਈ ਆ ਉਹ ਤੋਂ ਸਟਾਰਟ ਹੋ ਜਾਊਗੀ। ਜੇ ਕੋਈ 1 ਮਈ ਨੂੰ ਕਰਾਊਗਾ ਫਿਰ ਉਹ ਜਾ ਕੇ ਉਹਦੀ 1 ਜੂਨ ਨੂੰ ਸਟਾਰਟ ਹੋਣੀ ਆ। ਸੋ ਇੱਦਾਂ ਨਹੀਂ ਵੀ ਜੇ ਕਿਤੇ ਬੰਦਾ ਬਿਮਾਰ ਆ ਵੀ ਹੁਣੇ ਜੀ ਆਪਾਂ ਕਰਾ ਕੇ ਤਾਂ ਉਹ ਕਰ ਲਈਏ। ਸੋ ਬਿਲਕੁਲ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਵੀ ਕਈ ਜਿਹੜੇ ਸਾਡੇ ਇੰਪਲਾਈ ਹੈਗੇ ਆ, ਉਹ ਥੋੜ੍ਹੇ ਆਫਿਸ ਵੀ ਕੰਮ ਕਰਦੇ ਆ, ਘਰਾਂ ਤੋਂ ਵੀ ਕੰਮ ਕਰਦੇ ਆ, ਪਰ ਆਪਾਂ ਜਵਾਬ ਜ਼ਰੂਰ ਦੇਵਾਂਗੇ ਕਿਸੇ ਨੂੰ ਵੀ, ਚਾਹੇ ਉਹ ਫ੍ਰੀ, ਕਿਉਂਕਿ ਕੋਈ ਵੀ ਏਜੰਟ ਜਿਹੜਾ ਆ ਉਹ ਮੈਡੀਕਲ ਵਗੈਰਾ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਆ ਨਹੀਂ ਭਰਦਾ, ਕਿਉਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਉਹਦੇ 'ਚ ਬੈਨੀਫਿਟ ਨਹੀਂ ਹੁੰਦਾ ਕੁਛ ਵੀ। ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਕਿਸੇ ਵੀ ਆਪਣੇ ਭੈਣ ਭਰਾ ਦੀ, ਪਰ ਇਹ ਧਿਆਨ ਰੱਖਿਓ ਕੈਲੀਫੋਰਨੀਆ 'ਚੋਂ ਹੀ ਹੋਵੇ, ਕਿਉਂਕਿ ਸਾਨੂੰ ਕਾਲਾਂ ਵੀ ਹੋਰ ਸਟੇਟਾਂ ਦੀਆਂ ਬਹੁਤ ਆ ਜਾਂਦੀਆਂ। ਆਪਾਂ ਗਾਈਡ ਤਾਂ ਕਰ ਸਕਦੇ ਹਾਂ ਪਰ ਉੱਥੇ ਕਰ ਨਹੀਂ ਸਕਦੇ ਹੈਗੇ, ਕਿਉਂਕਿ ਆਪਾਂ ਸਿਰਫ ਕੈਲੀਫੋਰਨੀਆ 'ਚ ਹੀ ਹੈਲਥ ਇੰਸ਼ੋਰੈਂਸ ਕਰਦੇ ਹਾਂ। ਸੋ ਕਿਸੇ ਨੂੰ ਮੈਡੀਕਲ ਦੀ ਜ਼ਰੂਰਤ ਆ, ਕਿਸੇ ਨੂੰ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਵਾਲੀ ਐਪਲੀਕੇਸ਼ਨ ਭਰਨੀ ਆ, ਬਹੁਤ ਸਾਰਿਆਂ ਦੀ ਜਿਹੜੀ ਇਨਕਮ ਘਟ ਗਈ ਆ ਤੇ ਤੁਹਾਡਾ ਪ੍ਰੀਮੀਅਮ ਹਾਈ ਸੀ, ਉਹ ਤੁਸੀਂ ਇਨਕਮ ਐਡਜਸਟ ਕਰ ਸਕਦੇ ਹੈਗੇ ਆ, ਉਹਦੇ ਨਾਲ ਤੁਹਾਡਾ ਪ੍ਰੀਮੀਅਮ ਘਟ ਜਾਊਗਾ ਜੀ। ਸੋ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜੇ ਹੈਲਥ ਦਾ ਇੰਸ਼ੋਰੈਂਸ ਦਾ ਇਸ਼ੂ ਹੈਗਾ, ਤੁਸੀਂ ਕਾਲ ਕਰ ਸਕਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ। ਜੀ ਬਿਲਕੁਲ ਜੀ, ਨੰਬਰ ਇਹਨਾਂ ਦਾ ਹੈਗਾ 408-272-2500 4082722500। ਆਈ ਥਿੰਕ ਇਸ ਮੌਕੇ ਬਹੁਤ ਜ਼ਰੂਰੀ ਆ ਆਪਣੀ ਸਿਹਤ ਦਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਜਿਹੜਾ ਬਿਲਕੁਲ ਧਿਆਨ ਰੱਖਿਆ ਜਾਵੇ। ਇੱਕ ਇਹ ਵੀ ਚੀਜ਼ ਹੈ ਹਰਜੋਤ ਸਿੰਘ ਜੀ, ਆਲਰੇਡੀ ਟੈਨਸ਼ਨ ਜਿਹੜਾ ਸਟ੍ਰੈਸ ਲੈਵਲ ਇੰਪਲੋਇਮੈਂਟ ਨੂੰ ਲੈ ਕੇ ਆ, ਵੀ ਰੱਬ ਨਾ ਕਰੇ ਕਿਤੇ ਕਿਸੇ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਜੇ ਕਿਤੇ ਦਾਖਲ ਹੋਣਾ ਪੈ ਗਿਆ ਤੇ ਉਹ ਖਰਚਾ ਕਰਨਾ ਕਿੱਦਾਂ ਆ। ਹੈਲਥ ਇੰਸ਼ੋਰੈਂਸ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਆ। ਆਪਾਂ ਕਿੰਨੀ ਵਾਰੀ ਦੱਸਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਬੈਂਕਰਪਸੀ ਦਾ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਹੈਗਾ ਆ ਜਿਹੜਾ ਆ ਮੈਡੀਕਲ ਬਿਲਸ, ਜਿਹੜੇ ਅਨਪਲੈਨਡ ਮੈਡੀਕਲ ਜਿਹੜੇ ਵਿਜ਼ਿਟਸ ਹੁੰਦੇ, ਕਿਉਂਕਿ ਬਿਮਾਰੀ ਦੇ ਤਾਂ ਪਤਾ ਨਹੀਂ, ਦੱਸ ਕੇ ਥੋੜ੍ਹੀ ਲੱਗਣਾ ਆ। ਕੋਈ ਵੀ ਜਿਹੜੀ ਆ ਕੋਈ ਸੱਟ ਚੋਟ ਲੱਗ ਜਾਂਦੀ, ਕੁਛ ਵੀ ਜਿਹੜਾ ਹੋ ਜਾਂਦਾ ਉਹ ਦੱਸ ਕੇ ਨਹੀਂ ਲੱਗਦੀ, ਉਹ ਅਚਨਚੇਤੇ ਹੀ ਹੋ ਜਾਂਦਾ। ਸੋ ਉਸ ਚੀਜ਼ ਦੇ ਲਈ ਆਪਾਂ ਨੂੰ ਹਮੇਸ਼ਾ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਹੈ। ਆਪਾਂ ਦੇਖਿਆ ਹੋਊਗਾ ਈਵਨ ਪਿਛਲੇ ਦਿਨਾਂ ਦੇ ਵਿੱਚ ਬਰਨੀ ਸੈਂਡਰਸ ਦੇ ਵੈਬਸਾਈਟ 'ਤੇ, ਉਹਦੇ ਟਵਿੱਟਰ ਅਕਾਊਂਟ 'ਤੇ ਇੱਕ ਨਰਸ ਜਿਹੜੀ ਆ ਨਿਊਯਾਰਕ ਦੀ, ਉਹਦੀ ਜਿਹੜੀ ਵੀਡੀਓ ਆ ਉਹਨੇ ਸ਼ੇਅਰ ਕੀਤੀ ਸੀ ਭਈ ਇੱਕ ਜਿਹੜਾ ਪੇਸ਼ੈਂਟ ਆ ਉਹਦੀ ਡੈਥ ਹੋਣ ਵਾਲੀ ਐ, ਐਂਡ ਪੁਆਇੰਟ 'ਤੇ ਸੀ, ਅਤੇ ਉਹਨੂੰ ਉਹਦੇ ਨਾਲ ਗੱਲਬਾਤ ਕੀਤੀ ਜਿਹੜੀ ਨਰਸ ਸੀ ਵੀ ਕੀ ਕਹਿਣਾ ਚਾਹੁੰਦੀ ਆ। ਕਹਿੰਦੀ ਵੀ ਉਹਦਾ ਜਿਹੜਾ ਪੇਸ਼ੈਂਟ ਦਾ ਆਖਰੀ ਜਿਹੜਾ ਮੈਨੂੰ ਕੁਐਸਚਨ ਸੀ ਵੀ ਮੈਂ ਤਾਂ ਹੁਣ ਜਿਹੜਾ ਮੇਰੀ ਤਾਂ ਮੌਤ ਹੋ ਜਾਣੀ ਆ, ਵਾਟ ਵਿਲ ਹੈਪਨ ਟੂ ਮਾਈ ਇੰਸ਼ੋਰੈਂਸ ਬਿੱਲ। ਸੋ ਉਹਨੂੰ ਇੰਨਾ ਫਿਕਰ ਸੀ ਵੀ ਮੇਰੇ ਨਿਆਣੇ
ਜਾਂ ਜਿਹੜੇ ਮੇਰੇ ਹੋਰ ਪਿੱਛੇ ਆ ਉਹ ਇੰਸ਼ੋਰੈਂਸ ਦਾ ਬਿੱਲ ਕਿੱਦਾਂ ਪੇ ਕਰੂਗੇ। ਸੋ ਉਹਦਾ ਮਤਲਬ ਇਹੀ ਸੀ ਵੀ ਉਹਦੇ ਕੋਲ ਇੰਸ਼ੋਰੈਂਸ ਨਹੀਂ ਸੀ, ਪਤਾ ਨਹੀਂ ਹੁਣ ਕਿੰਨਿਆਂ ਦਾ ਬਿੱਲ ਆਉਣਾ। ਕਈ ਵਾਰ ਕਿਸੇ ਨੇ ਘਰ ਖਰੀਦਿਆ ਹੁੰਦਾ, ਸੋ ਉਹਦਾ ਅਲਟੀਮੇਟਲੀ ਦੇਣਾ ਹੀ ਪੈਣਾ ਹੈਗਾ ਹੈ ਨਾ। ਸੋ ਇਹ ਬਹੁਤ ਜ਼ਰੂਰੀ ਆ, ਕਿਉਂਕਿ ਜੇ ਆਪਾਂ ਕਮਾਈ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਮੇਰਾ ਮਤਲਬ ਇਹ ਨਹੀਂ ਵੀ ਇਹ ਜਿਹੜੀਆਂ ਦੋ ਚੀਜ਼ਾਂ ਹੈ ਨਾ, ਇਹ ਬੰਦੇ ਨੂੰ ਜ਼ਰੂਰ ਅਮਰੀਕਾ 'ਚ ਲੈਣੀਆਂ ਚਾਹੀਦੀਆਂ, ਕੈਨੇਡਾ 'ਚ, ਇੱਕ ਲਾਈਫ ਇੰਸ਼ੋਰੈਂਸ ਤੇ ਇੱਕ ਹੈਲਥ ਇੰਸ਼ੋਰੈਂਸ। ਜੀ ਬਿਲਕੁਲ, ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ 4082722500। ਲੋਕ ਆਪੋ ਆਪਣੀਆਂ ਜਿਹੜੀਆਂ ਕੋਈ ਹੱਡਬੀਤੀਆਂ ਕਹਾਣੀਆਂ ਵੀ ਜਿਹੜੀਆਂ ਦੱਸ ਰਹੇ ਆ। ਬਲਬੀਰ ਸਿੰਘ ਜੀ ਨੇ ਦੱਸਿਆ ਉਹ ਇੱਕ ਬੈਂਕ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਕੋਲ ਉਹਨਾਂ ਦਾ ਲੋਨ ਸੀਗਾ। ਪਹਿਲੋਂ ਕਹਿੰਦੇ ਵੀ ਮੈਂ ਕੰਟੈਕਟ ਕੋਈ ਨਹੀਂ ਸੀ ਕੀਤਾ, ਪਰ ਉਹਨਾਂ ਨੇ ਪਹਿਲੋਂ ਡੈਬਿਟ ਕਰ ਲਏ, ਬਾਅਦ ਦੇ ਵਿੱਚ ਉਹ ਕ੍ਰੈਡਿਟ ਵੀ ਕਰਤੇ ਬਗੈਰ ਜਿਹੜਾ ਉਹ ਲੋਨ ਦੇ। ਸੋ ਬਹੁਤ ਸਾਰੀਆਂ ਜਿਹੜੀਆਂ ਬੈਂਕਾਂ ਛੋਟੀਆਂ ਵੱਡੀਆਂ, ਖਾਸ ਕਰਕੇ ਛੋਟੀਆਂ ਜਿਹੜੀਆਂ ਉਹ ਇਸ ਤਰੀਕੇ ਨਾਲ ਮਦਦ ਕਰ ਰਹੀਆਂ। ਸੁਖਵੀਰ ਸਿੰਘ ਜੀ ਕਹਿੰਦੇ ਆ ਵੀ ਮੈਨੂੰ $10,000 ਦੀ ਗ੍ਰਾਂਟ ਮਿਲੂਗੀ ਜਾਂ ਨਹੀਂ ਮਿਲੂਗੀ। ਮੈਂ ਓਨਰ ਆਪਰੇਟਰ, ਜੇ ਤੁਸੀਂ ਅਪਲਾਈ ਕੀਤਾ ਸੀਗਾ ਤੇ ਤੁਹਾਡਾ ਕੋਈ EMPLOYEE ਸੀਗਾ, ਉਹ ਫਿਰ ਉਸ ਹਿਸਾਬ ਦੇ ਨਾਲ ਜਿਹੜੀ ਗ੍ਰਾਂਟ ਆ ਉਹ ਉਸ ਦੇ ਵਿੱਚ। ਸੋ ਹੁਣ ਓਨਰ ਆਪਰੇਟਰ ਦਾ ਨਹੀਂ ਪਤਾ ਵੀ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਉਹ ਦਊਗੇ ਕਿ ਨਹੀਂ, ਕਿਉਂਕਿ ਜਿੱਥੇ ਤੱਕ ਮੈਂ ਹੁਣ ਲੇਟੈਸਟ ਨਿਊਜ਼ ਇਹੀ ਪੜ੍ਹੀ ਸੀ, ਕਹਿੰਦੇ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਸਮਾਲ ਬਿਜ਼ਨਸਿਸ ਨੇ ਅਪਲਾਈ ਕਰਤਾ ਤੇ ਉਹ ਕਹਿੰਦੇ ਵੀ ਹੁਣ ਅਸੀਂ ਫਿਗਰ ਆਊਟ ਕਿੱਦਾਂ ਕਰੀਏ। ਸੋ ਉਹਨਾਂ ਨੇ ਬੈਸਟ ਤਰੀਕਾ ਇਹ ਦੇਖਿਆ ਵੀ ਅਸੀਂ ਪਰ ਇੰਪਲਾਈ, ਜਿੱਦਾਂ ਵੀ ਹਰ ਇੱਕ ਆਮ ਬੰਦੇ ਨੂੰ ਨਹੀਂ $1,200 ਦੇਣਾ ਹੈਗਾ ਆ ਜਿਹੜਾ ਸਟਿਮੂਲਸ ਪੈਕੇਜ 'ਤੇ। ਚਲੋ ਜਿਹੜਾ ਜੇ ਸਮਾਲ ਬਿਜ਼ਨਸ ਦਾ ਇੱਕ ਇੰਪਲਾਈ ਆ ਉਹਨੂੰ $1,000 ਉਹਦੇ ਹਿਸਾਬ ਨਾਲ ਦਈਏ, ਅਤੇ ਮੈਕਸੀਮਮ ਲਿਮਿਟ ਉਹਨੇ 10,000 ਰੱਖੀ ਆ। ਜੇ ਇੱਕ ਬਿਜ਼ਨਸ ਦੇ ਕੋਲ 10 ਤੋਂ ਵੱਧ ਇੰਪਲਾਈ ਆ ਉਹਨਾਂ ਨੂੰ 10,000 ਹੀ ਮਿਲਣਾ, ਜੇ ਇੱਕ ਆ ਤਾਂ 1,000, ਜੇ ਦੋ ਆ ਤਾਂ 2,000। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਆ ਉਹਨਾਂ ਬਾਰੇ ਹਜੇ ਕੋਈ ਨਹੀਂ ਸਾਨੂੰ ਪਤਾ ਨਹੀਂ ਹੈ। ਜੇ ਕਿਸੇ ਆਪਣੇ ਭੈਣ ਭਰਾ ਨੂੰ ਮਿਲਿਆ ਹੋਵੇ ਜ਼ਰੂਰ ਸਾਨੂੰ ਕਾਲ ਕਰਕੇ ਸ਼ੇਅਰ ਕਰ ਦਿਓ, ਆਪਾਂ ਦੱਸ ਦਾਂਗੇ। ਪਰ ਸਾਨੂੰ ਕਾਲਾਂ ਵੀ ਆਈਆਂ, ਅਸੀਂ ਇਹ ਦੱਸ ਸਕਦੇ ਹਾਂ ਵੀ ਜਿਹੜੇ ਬਿਜ਼ਨਸਾਂ ਨੂੰ ਮਿਲੇ ਹੈਗੇ ਆ ਇਹ ਜਿਹੜਾ 10,000 ਵਾਲਾ ਡਿਜ਼ਾਸਟਰ ਲੋਨ ਸੀ, SBA 'ਤੇ ਸਿੱਧਾ ਅਪਲਾਈ ਕੀਤਾ ਸੀ, ਉਹ ਇੰਪਲਾਈਆਂ ਦੇ ਹਿਸਾਬ ਨਾਲ ਮਿਲੇ। ਜੇ ਕਿਸੇ ਦੇ 2 ਸੀ ਉਹਨੂੰ 2,000 ਉਹਨਾਂ ਦੇ ਅਕਾਊਂਟ 'ਚ ਜਮ੍ਹਾਂ ਹੋਇਆ, ਅੱਜ ਬਿਲਕੁਲ ਜੀ। ਤੇ ਜੇ ਕਿਸੇ ਦੇ 7 ਸੀ ਉਹਨੂੰ 7,000 ਜਮ੍ਹਾਂ ਹੋਇਆ ਜੀ। ਬਿਲਕੁਲ। ਇੱਕ ਜੌਨੀ ਗਰੇਵਾਲ ਹੁਣੀ ਦੱਸਦੇ, ਕਹਿੰਦੇ ਵੀ ਉਹਨਾਂ ਨੂੰ $3,000 SBA ਦੇ ਦੁਆਰਾ ਜਿਹੜਾ ਉਹ ਮਿਲਿਆ ਆ। ਅਮਿਤ ਵਿਰਦੀ ਜਿਹੜੇ ਉਹ ਦੱਸਦੇ ਨੇ, ਕਹਿੰਦੇ ਵੀ ਮੇਰੇ ਉਹਨਾਂ ਦੇ ਮਿੱਤਰ ਨੂੰ ਜਿਹੜਾ ਸਟਿਮੂਲਸ ਪੈਕੇਜ ਵਾਲਾ $1,200 ਆ ਉਹ ਮਿਲ ਗਿਆ। ਇੱਕ ਜਿਹੜਾ ਹਰਜੋਤ ਸਿੰਘ ਜੀ ਸਵਾਲ ਹੈਗਾ, ਚਲੋ ਇਹ ਕਈਆਂ ਦਾ ਹੋਣਾ ਵੀ, ਕਹਿੰਦੇ ਵੀ ਉਹਨਾਂ ਦੀ ਬੇਟੀ ਸੀ, ਉਹਨੇ ਅਨਇੰਪਲੋਇਮੈਂਟ ਅਪਲਾਈ ਕੀਤੀ ਸੀ, ਇਸੇ ਸਾਲ ਗ੍ਰੈਜੂਏਟ ਹੋ ਗਈ, ਉਸਦੀ ਸਤੰਬਰ 'ਚ ਜੌਬ ਲੱਗੀ ਸੀ, ਕੁਆਟਰ ਕਹਿੰਦੇ ਪੂਰੇ ਨਾ ਹੋਣ ਕਰਕੇ ਉਹਨਾਂ ਨੇ ਡਿਨਾਈ ਕਰ ਦਿੱਤੀ ਆ। ਸੋ ਅਜਿਹੇ ਮਾਮਲੇ ਦੇ ਵਿੱਚ ਕੀ ਕੀਤਾ ਜਾ ਸਕਦਾ, ਜੇ ਤੁਹਾਡੇ ਕੋਲ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਹੈਗੀ ਆ? ਇਹਦੇ ਬਾਰੇ ਨਹੀਂ ਹੁਣ ਸਾਨੂੰ, ਵੈਸੇ ਡਿਨਾਈ ਹੋਣੀ ਨਹੀਂ ਚਾਹੀਦੀ ਜੇ ਕੁਆਟਰ ਚਾਹੇ ਨਹੀਂ ਵੀ ਪੂਰਾ ਹੋਇਆ, ਪਰ ਆਪਾਂ ਟਰਾਈ ਕਰਾਂਗੇ ਜੇ ਅਨਪਲਾਈਮੈਂਟ ਆਫਿਸ ਤੋਂ ਅਸੀਂ ਤੁਹਾਡੇ ਲਈ ਜਵਾਬ ਲੈ ਸਕੀਏ ਜੀ। ਪਹਿਲਾਂ ਤਾਂ ਸਾਡਾ ਇੱਕ ਦੋਸਤ ਸੀਗਾ ਅਨਪਲਾਈਮੈਂਟ ਆਫਿਸ 'ਚ, ਮੈਂ ਉਹਨੂੰ ਕੰਟੈਕਟ ਵੀ ਕੀਤਾ ਸੀ, ਉਹ ਹੁਣ ਹੋਰ ਡਿਪਾਰਟਮੈਂਟ 'ਚ ਟਰਾਂਸਫਰ ਹੋ ਗਿਆ ਕਾਫੀ ਸਾਲ ਪਹਿਲਾਂ। ਪਰ ਆਪਾਂ ਟਰਾਈ ਕਰਾਂਗੇ ਜੇ ਕੈਲੀਫੋਰਨੀਆ ਦੇ ਅਨਪਲਾਈਮੈਂਟ ਆਫਿਸ 'ਚੋਂ ਜਾਂ ਕੋਈ ਸਾਡਾ ਸਰੋਤਾ ਸੁਣਦਾ, ਉਹਨਾਂ ਦਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੰਮ ਕਰਦਾ ਆ, ਸੋ ਉਹਨਾਂ ਤੋਂ ਵੀ ਆਪਾਂ ਜਿਹੜੇ ਆ ਆਪਣੇ ਕਮਿਊਨਿਟੀ ਦੇ ਕੁਐਸਚਨ ਹੈਗੇ ਉਹ ਪੁੱਛ ਸਕਦੇ ਹੈਗੇ ਆ। ਆਪਾਂ ਟਰਾਈ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਨ ਜੀ। ਤੇ ਬਾਕੀ ਜਿਹੜੇ ਖਾਲਸਾ ਇੰਸ਼ੋਰੈਂਸ ਵਾਲੇ ਜਿਹੜੀ ਹੈਲਥ ਇੰਸ਼ੋਰੈਂਸ ਉਹ ਸਿਰਫ ਕੈਲੀਫੋਰਨੀਆ 'ਚ ਕਰਦੇ ਆ, ਬਾਕੀ ਹਰ ਤਰ੍ਹਾਂ ਦੀ ਇੰਸ਼ੋਰੈਂਸ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਕਰਦੇ ਹੈਗੇ ਨੇ। ਸੋ ਵਾਸ਼ਿੰਗਟਨ ਦੇ ਵਿੱਚ ਜੇ ਕਿਸੇ ਨੇ ਲਾਈਫ ਇੰਸ਼ੋਰੈਂਸ, ਉਹ ਸਾਰੇ ਹੀ ਸੂਬਿਆਂ ਦੇ ਵਿੱਚ ਜਿਹੜੀ ਉਹ ਕਰਦੇ ਨੇ, ਉਸ ਦੇ ਬਾਰੇ ਤੁਸੀਂ ਉਹਨਾਂ ਤੋਂ ਜਾਣਕਾਰੀ ਉਹ ਲੈ ਸਕਦੇ ਹੈਗੇ ਆ ਜੀ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਵੱਖ-ਵੱਖ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਬਾਕੀ ਆਪਾਂ ਆਪਣੇ ਜਿੰਨੇ ਵੀ ਸਰੋਤਿਆਂ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਆ ਵੀ ਆਉਣ ਵਾਲਾ ਸਮਾਂ ਆਰਥਿਕ ਤੌਰ ਦੇ ਉੱਤੇ ਪਤਾ ਨਹੀਂ ਆ ਕਿੱਦਾਂ ਦਾ ਹੋਣਾ ਆ, ਪਰ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਆ। ਇਹ ਬਿਲਕੁਲ ਦੇਖੋ, ਇੰਟਰਨੈਸ਼ਨਲ ਮੋਨੀਟਰੀ ਫੰਡ ਵਰਗੀ ਜਿਹੜੀ ਐਡੀ ਵੱਡੀ ਆਰਗੇਨਾਈਜੇਸ਼ਨ ਆ ਉਹ ਕਹਿ ਰਹੀ ਆ ਵੀ ਬਹੁਤ ਵੱਡਾ ਰਿਸੈਸ਼ਨ ਆਉਣਾ ਆ ਆਉਣ ਵਾਲੇ ਸਮੇਂ 'ਚ। ਸੋ ਬਿਲਕੁਲ ਆਪਾਂ ਟਰਾਈ ਕਰਾਂਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਕੱਲ੍ਹ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਅੱਜ ਜਾਂ ਜਿਸ ਟਾਈਮ ਸਾਨੂੰ ਮਿਲਿਆ। ਸੋ ਉਹਨਾਂ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵੀ ਹਰ ਇੱਕ ਆਪਣਾ ਜਿਹੜਾ ਸਿੱਖ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆਪਣਾ ਸਿੱਖ ਭੈਣ ਭਰਾ ਆ ਉਹਨੂੰ ਜਿਹੜਾ ਭੁੱਖਾ ਨਹੀਂ ਰਹਿਣ ਦੇਣਾ ਚਾਹੀਦਾ। ਸੋ ਹਰ ਪੂਰਾ ਐਨ ਕਹਿੰਦੇ ਵੀ ਹੁਣ ਤੋਂ ਤਿਆਰੀ ਕਰ ਜਾਓ ਪੂਰੀ ਤਰ੍ਹਾਂ ਜਿਹੜਾ ਆ ਤੁਹਾਨੂੰ ਕੱਲਾ ਸਿੱਖ ਕੌਮ ਨਹੀਂ, ਹੋਰ ਵੀ ਚਾਹੇ ਉਹ ਕਹਿੰਦੇ ਕੋਈ ਹਿੰਦੂ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਚਾਹੇ ਸਾਡੀ ਕਹਿੰਦੇ ਵੀ ਕੋਈ ਐਪਰੀਸ਼ੀਏਟ ਕਰੇ ਚਾਹੇ ਨਾ ਕਰੇ, ਆਪਾਂ ਹਰ ਇੱਕ ਦੇ ਲਈ ਜਿਹੜਾ ਤਿਆਰ ਹੋਣਾ ਆ। ਸੋ ਬਿਲਕੁਲ ਸਾਨੂੰ ਤਿਆਰ ਰਹਿਣਾ ਚਾਹੀਦਾ ਹੈਗਾ। ਜਿੰਨੇ ਸਾਡੇ ਸਰੋਤੇ ਸੁਣ ਰਹੇ ਆ
ਪਲੀਜ਼ ਮੇਰੀ ਸਾਰਿਆਂ ਨੂੰ ਬੇਨਤੀ ਆ, ਮੈਨੂੰ ਆਏ ਨੂੰ ਕਾਫੀ ਸਮਾਂ ਹੋ ਗਿਆ USA 'ਚ। ਮੈਂ 3 ਰਿਸੈਸ਼ਨ ਦੇਖੇ ਹੈਗੇ ਆਪਣੀ ਲਾਈਫ ਦੇ ਵਿੱਚ USA 'ਚ। ਬਹੁਤ ਬੁਰਾ ਹਾਲ ਹੁੰਦਾ, ਲੋਕਾਂ ਨੂੰ ਜੋਬਾਂ ਨਹੀਂ ਮਿਲਦੀਆਂ। ਸੋ ਜਿਹਦੇ ਕੋਲ ਜੋਬ ਹੈਗੀ ਆ, ਆਪਾਂ ਵਾਹਿਗੁਰੂ ਦਾ ਪ੍ਰਮਾਤਮਾ ਦਾ ਸ਼ੁਕਰ ਕਰੀਏ ਵੀ ਮੇਰੇ ਕੋਲ ਜੋਬ ਹੈਗੀ ਆ। ਆਂਢੀਆਂ ਗੁਆਂਢੀਆਂ ਨੂੰ ਦੇਖ ਕੇ ਅਨਪਲਾਈਮੈਂਟ ਨਾ ਫਾਈਲ ਕਰਨ ਤੁਰ ਜਾਈਏ। ਪਈ ਜੀ ਜਿਹੜੀ ਮੇਰੀ ਅਨਪਲਾਈਮੈਂਟ ਹੈਗੀ ਆ ਉਹ ਮੈਨੂੰ ਜ਼ਿਆਦਾ ਮਿਲ ਰਹੀ ਆ ਕੰਮ ਕਰਨ ਨਾਲੋਂ, ਵੀ ਕੰਮ ਕਾਹਦੇ ਕਰਨਾ। ਸੋ ਮੁੜ ਕੇ ਕੀ ਹੋਣਾ ਆ, ਅਨਪਲਾਈਮੈਂਟ ਸਾਰੀ ਲਾਈਫ ਨਹੀਂ ਮਿਲਣੀ ਹੈਗੀ। ਸੋ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਨਪਲਾਈਮੈਂਟ ਫਾਈਲ ਕਰਤੀ ਤੇ ਉਹ ਜਿੰਨੀ ਕੁ ਲਿਮਿਟ ਆ ਉਨੀ ਕੁ ਹੀ ਰਹਿਣੀ ਹੈਗੀ ਆ। ਫਿਰ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਬੁਰਾ ਹਾਲ ਹੋਊਗਾ। ਤੇ ਨਾਲੇ ਵੈਸੇ ਹੀ ਬੰਦਾ ਅਨਪਲਾਈਮੈਂਟ ਲੈ ਕੇ ਕਈ ਵਾਰੀ ਢਿੱਲਾ ਰਹਿ ਕੇ, ਵਿਹਲਾ ਰਹਿ ਕੇ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਸੋ ਜਿਹੜਾ ਕੰਮ ਕਰਦਾ, ਜਿਹਦੇ ਕੋਲ ਜੋਬ ਹੈਗੀ ਆ, ਸੇਫਲੀ ਰਹਿ ਕੇ ਜਿੰਨੀ ਵੀ ਉੱਥੇ ਤੁਸੀਂ ਡਿਸਟੈਂਸ ਹੈਗਾ, ਸੋਸ਼ਲ ਡਿਸਟੈਂਸ ਬਣਾ ਕੇ ਉਹ ਤੁਸੀਂ ਜੋਬ ਕਰੋ। ਪਲੀਜ਼ ਜੋਬ ਨਾ ਛੱਡੋ, ਨਹੀਂ ਤਾਂ ਫਿਰ ਜਦੋਂ ਰਿਸੈਸ਼ਨ ਆਉਂਦਾ ਜੋਬ ਲੱਭਣੀ ਬਹੁਤ ਹਾਰਡ ਹੁੰਦੀ ਆ। ਇਕੱਲੀ ਇਹ ਜੋਬ ਨਹੀਂ ਹੈ, ਆਉਣ ਵਾਲੇ ਸਮੇਂ ਤੁਸੀਂ ਕੋਈ ਲੋਨ ਲੈਣਾ ਆ, ਕਾਰ ਦਾ ਲੋਨ ਲੈਣਾ ਆ, ਕੋਈ ਫਰਨੀਚਰ ਦਾ ਲੋਨ ਲੈਣਾ, ਕੋਈ ਘਰ ਦਾ ਲੋਨ ਲੈਣਾ, ਜੇ ਤੁਸੀਂ ਅਨਪਲਾਈਡ ਹੋਏ ਤਾਂ ਫਿਰ ਉਹ ਲੋਨ ਨਹੀਂ ਮਿਲਦਾ ਸਹਿਜੇ ਕਿਤੇ। ਸੋ ਇਹ ਜ਼ਰੂਰ ਧਿਆਨ ਰੱਖੋ, ਜਿਹਦੇ ਕੋਲ ਜੋਬ ਹੈਗੀ ਆ, ਵਾਹਿਗੁਰੂ ਦੇ ਸ਼ੁਕਰ ਨਾਲ ਵਧੀਆ ਤਰੀਕੇ ਨਾਲ ਸੇਫਲੀ ਜੋਬ ਕਰੋ, ਜੋਬ ਨਾ ਛੱਡੋ। ਇਹ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ। ਜੀ ਬਿਲਕੁਲ। ਜਿਹੜੀ ਹਰਜੋਤ ਸਿੰਘ ਜੀ ਤੁਸੀਂ ਜਿਹੜੀ ਉਹ ਦੱਸੀ ਸੀ EIDL ਦੇ ਬਾਰੇ, ਉਹ ਕਿਸੇ ਹੋਰ ਸਾਡੇ ਸਰੋਤੇ ਨੇ ਵੀ ਲਿਖਿਆ ਵੀ ਉਹਨਾਂ ਨੇ ਐਪਲੀਕੈਂਟ ਨੂੰ ਉਹ ਹੀ ਲਿਖਿਆ ਵੀ $1000 ਪਰ EMPLOYE ਦੇ ਹਿਸਾਬ ਦੇ ਨਾਲ ਮੈਕਸਿਮਮ ਆਫ $10,000 ਜਿਹੜੇ ਉਹ ਤੁਹਾਨੂੰ ਜਿਹੜੇ ਉਹ ਦਿੱਤੇ ਜਾ ਸਕਦੇ ਹੈਗੇ ਨੇ। ਇੱਕ ਜਣੇ ਹੋਰ ਦੱਸ ਰਿਹਾ ਵੀ $600 ਅਨਇੰਪਲੋਇਮੈਂਟ ਵਾਲਾ ਵੀ ਕਹਿੰਦੇ ਆ ਜੀ ਉਹ ਮਿਲ ਗਿਆ ਹੈ। ਚਲੋ ਚੰਗੀ ਗੱਲ ਹੈ ਜੀ, ਜਿਹੜਾ ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਮਿਲਣਾ ਸੀ। ਇਹ ਵੀ ਦੱਸ ਦਿਓ ਵੀ ਕਿਹੜੀ ਸਟੇਟ ਵਾਲੇ ਸੀਗੇ ਜੀ। ਬਿਲਕੁਲ, ਕੱਲ ਵੀ ਰਾਜਕਨਵੀਰ ਸਿੰਘ ਜੀ ਸਾਡੇ ਇੱਕ ਭੈਣ ਜੀ ਦਾ ਫੋਨ ਆਇਆ ਸੀ ਸੈਕਰਾਮੈਂਟੋ ਤੋਂ। ਉਹ ਕਹਿੰਦੀ ਮੈਨੂੰ 450 ਮੈਕਸੀਮਮ ਅਨਪਲਾਈਮੈਂਟ ਮਿਲੀ ਆ, ਉੱਪਰ $600। ਹੁਣ ਉਹ ਕਹਿੰਦੀ ਵੀ ਮੈਨੂੰ $4200 ਮਹੀਨੇ ਦਾ ਮਿਲ ਰਿਹਾ ਹੈ। ਕੋਈ ਦੁਨੀਆ ਦਾ ਮੁਲਕ ਜਿਹੜਾ ਤੁਹਾਨੂੰ ਦਊਗਾ ਉਹਨਾਂ ਚਿਰ, ਹੈ ਨਾ ਜੀ। ਸੋ ਇਹ ਇੱਕ ਵਧੀਆ ਜਿਹੜੀ ਆ ਉਹ ਚੀਜ਼ ਹੈਗੀ ਆ। ਹੋਮ ਮੌਰਗੇਜਸ ਦੇ ਬਾਰੇ ਮੈਨੂੰ ਹੁਣੇ ਇੱਕ 206 ਏਰੀਆ ਕੋਡ 'ਚੋਂ ਸਾਨੂੰ ਵੀਰ ਨੇ ਇੱਕ ਨੇ ਕਾਲ ਕੀਤੀ। ਉਹ ਕਹਿੰਦੇ ਵੀ ਮੇਰੇ ਬੈਂਕ ਨੇ ਕਹਿੰਦਾ ਮੈਂ ਕੰਟੈਕਟ ਨਹੀਂ ਕੀਤਾ, ਪਰ ਉਹਨਾਂ ਨੇ ਆਪਣੇ ਆਪ 6 ਮਹੀਨੇ ਦੀਆਂ ਕਿਸ਼ਤਾਂ ਮਾਫ ਕਰਤੀਆਂ। ਜਾਂ ਤਾਂ ਉਹ ਬੈਂਕ ਵਾਲਿਆਂ ਨੂੰ ਕੋਈ ਨਾ ਕੋਈ ਰਾਹਤ ਜਿਹੜੀ ਮਿਲੀ ਹੋਊਗੀ ਜਿਸ ਦੇ ਕਰਕੇ ਉਹਨਾਂ ਨੇ ਉਹ ਕੀਤਾ ਆ। ਸੋ ਇਹ ਜ਼ਰੂਰ ਜਿਹੜਾ ਮੇਕ ਸ਼ੋਰ ਕਰ ਲਿਓ। ਮੈਂ ਵੀ ਉਹਨਾਂ ਨੂੰ ਇਹੀ ਕਿਹਾ ਵੀ ਮੇਕ ਸ਼ੋਰ ਕਰੋ ਵੀ 6 ਮਹੀਨੇ ਦੀਆਂ ਮਾਫ ਕੀਤੀਆਂ ਕਿ ਉਹਨਾਂ ਨੇ ਐਕਸਟੈਂਡ ਕੀਤਾ। ਐਕਸਟੈਂਡ ਮਾਫ ਨਹੀਂ ਹੋ ਗਿਆ 100%, ਉਹ ਐਕਸਟੈਂਡ ਹੋ ਗਿਆ। ਪਰ ਉਹ ਕਹਿੰਦੇ ਵੀ ਮੈਂ ਕਨਫਰਮ ਕਰਕੇ ਉਹਨਾਂ ਤੋਂ ਕੀਤਾ ਵੀ ਮਾਫ ਹੋਈਆਂ। ਚਲੋ ਮੈਂ ਕਿਹਾ ਜੀ ਤੁਸੀਂ ਲੱਕੀ ਆ ਵੀ ਜੇ ਇਸ ਹਿਸਾਬ ਦੇ ਨਾਲ ਇਦਾਂ ਹੋਇਆ। ਸੋ ਹਰ ਇੱਕ ਦੀ ਵੱਖੋ ਵੱਖਰੀ ਕਹਾਣੀ ਆ, ਵੱਖੋ ਵੱਖਰੀ ਸਟੋਰੀ ਆ। ਹਰ ਇੱਕ ਨੂੰ ਇਸ ਟਾਈਮ ਕਈ ਤਰੀਕੇ ਦੀਆਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਉਹ ਹੈਗੀਆਂ ਨੇ। ਬਾਕੀ ਜਿਹੜੇ ਨੌਨ ਫਾਈਲਰਸ ਆ ਉਹ ਜ਼ਰੂਰ ਆਪੋ ਆਪਣੇ ਜਿਹੜੇ ਤੁਹਾਡੇ ਪਰਿਵਾਰ ਦੇ ਜਾਂ ਕੋਈ ਜਾਣਕਾਰ ਤੁਹਾਨੂੰ ਕੋਈ ਵੀ ਉਹ ਇਨਕਮ ਟੈਕਸ ਪ੍ਰੀਪੇਅਰ ਕੋਈ ਹੈਗਾ ਆ, ਜਾਣਦਾ ਹੈਗਾ, ਉਹਦੇ ਨਾਲ ਗੱਲ ਕਰਕੇ ਉਹਨਾਂ ਦੇ ਥਰੂ ਜਿਹੜਾ ਉਹ ਤੁਸੀਂ ਉਹ ਜਿਹੜਾ ਫਾਈਲ ਜਿਹੜਾ ਉਹ ਕਰ ਲਓ। ਜੇ ਖੁਦ ਕਰ ਸਕਦੇ ਹੋ ਤਾਂ ਖੁਦ IRS ਦੀ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਆ irs.gov, ਉਸ ਦੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਅਪਲਾਈ ਜਿਹੜਾ ਉਹ ਕਰ ਦਿਓ ਤਾਂ ਜੋ ਜਿਹੜਾ ਸਟਿਮੂਲਸ ਚੈੱਕ ਜਿਹੜਾ ਆਉਣਾ ਆ ਉਹ ਤੁਹਾਨੂੰ ਆ ਸਕੇ। ਬਾਕੀ IRS ਦੀ ਵੈਬਸਾਈਟ 'ਤੇ ਕੱਲ੍ਹ ਮੈਂ ਹਰਜੋਤ ਸਿੰਘ ਜੀ ਚੈੱਕ ਕੀਤਾ ਸੀਗਾ, ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਬੈਂਕ ਇਨਫੋਰਮੇਸ਼ਨ ਨਹੀਂ ਸੀ ਦਿੱਤੀ ਹੋਈ IRS ਨੂੰ, ਉਹਨਾਂ ਦੇ ਲਈ ਵੀ ਉਹ ਜਲਦੀ ਇੱਕ ਪੋਰਟਲ ਬਣਾਉਣ ਜਾ ਰਹੇ ਆ ਵੀ ਜੇ ਉਹ ਕਿਸੇ ਨੇ ਬੈਂਕ ਦੀ ਇਨਫੋਰਮੇਸ਼ਨ ਉਹ ਬਾਅਦ ਦੇ ਵਿੱਚ ਜੇ ਉਹ ਦੇਣਾ ਚਾਹੁੰਦੇ ਵੀ ਡਾਇਰੈਕਟ ਡਿਪੋਜ਼ਿਟ ਦੇ ਲਈ ਉਹ ਜਿਹੜੇ ਉਹ ਉੱਥੇ ਤੁਸੀਂ ਭਰ ਸਕੋਗੇ। ਅਜੇ ਪਰ ਉਹ ਚਾਲੂ ਨਹੀਂ ਹੋਇਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਉਹ ਚਾਲੂ ਹੋਣਗੇ। ਬਿਲਕੁਲ, ਇਹ ਦੋ ਤਰੀਕੇ ਕਰਕੇ ਕਰ ਰਿਹਾ। ਇੱਕ ਤਾਂ ਇਹ ਆ ਵੀ ਕਿਸੇ ਤਰ੍ਹਾਂ ਦੀ ਹੇਰਾਫੇਰੀ ਨਾ ਹੋਵੇ। ਕਈ ਵਾਰੀ ਕੀ ਆ, ਮੇਲ ਚੈੱਕ ਕਰ ਦਿੰਦੇ ਆ, ਬੰਦਾ ਮੂਵ ਹੋ ਜਾਂਦਾ, ਚੈੱਕ ਕਿਸੇ ਦੇ ਹੱਥ ਲੱਗ ਜਾਏ, ਕੋਈ ਹੋਰ ਜਮ੍ਹਾਂ ਕਰਾ ਜਾਏ। ਸੋ ਇਸ ਕਰਕੇ ਉਹ ਚਾਹੁੰਦੇ IRS ਵਾਲੇ ਆਪਾਂ ਅਕਾਊਂਟ ਦੇ ਵਿੱਚ ਹੀ ਜਮ੍ਹਾਂ ਕਰੀਏ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਪਫੁਲੀ 1-2 ਦਿਨਾਂ ਦੇ ਵਿੱਚ IRS ਵਾਲੇ ਜਿਹੜਾ ਹੈ ਉਹ ਪੇਜ ਆ ਉਹਨੂੰ ਸੈਟਅਪ ਕਰ ਦੂਗੇ। ਬਾਕੀ ਜਿਨ੍ਹਾਂ ਨੇ ਟੈਕਸ ਭਰਿਆ ਹੈਗਾ 2018 ਚਾਹੇ ਭਰਿਆ ਆ, 2019 ਚਾਹੇ ਭਰਿਆ ਆ, ਸੋ ਉਹਨਾਂ ਦੇ ਜੇ ਆਲਰੇਡੀ ਅਕਾਊਂਟ ਦੀ ਇਨਫੋਰਮੇਸ਼ਨ ਹੈਗੀ ਆ, ਪਿਛਲੇ ਸਮਿਆਂ 'ਚ ਉਹਨਾਂ ਨੂੰ ਪੈਸੇ ਆਏ ਆ, ਸੋ ਉਹਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਆਪਣੇ ਬਹੁਤ ਸਾਰੇ ਜਿਹੜੇ ਸੋਸ਼ਲ ਸਿਕਿਉਰਿਟੀ ਲੈਂਦੇ ਆ ਉਹਨਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਸੋ ਬਿਲਕੁਲ ਸੋ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਵਾਹਿਗੁਰੂ ਦੀ ਕਿਰਪਾ ਨਾਲ ਅਮਰੀਕਾ ਦੀ ਸਰਕਾਰ ਬਹੁਤ ਵਧੀਆ ਹੈਲਪ ਕਰ ਰਹੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਲੈ ਕੇ ਇੱਥੇ ਪਹੁੰਚ ਚੁੱਕੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਸੋ ਇੱਦਾਂ ਦਾ ਮੁਲਕ ਦੁਨੀਆ 'ਚ ਕੋਈ ਹੁੰਦਾ ਹੈਗਾ ਆ। UK ਵਾਲਿਆਂ ਨੇ ਵੀ ਸ਼ੁਰੂ ਕਰਤਾ, ਕੈਨੇਡਾ ਵਾਲੇ ਜਿਹੜੇ ਆ ਹਜੇ ਉਹ ਟਰਾਈ ਕਰ ਰਹੇ ਆ। ਇੱਕ ਸਾਡੇ ਵੀਰ ਪੁੱਛਦੇ ਪਏ ਹਾਊ ਮੈਨੀ ਮੰਥਸ ਅਨਪਲਾਈਮੈਂਟ, ਯੂਜ਼ਲੀ ਕਈ ਵਾਰੀ
ਮੈਂ ਦੇਖਦਾ ਭਈ ਉਹ 20 ਮਹੀਨੇ 20 ਹਫ਼ਤੇ ਤੱਕ 28 ਵੀਕ ਦੀ ਹੁੰਦੀ ਆ ਜਾਂ 20 ਵੀਕ ਦੀ, ਫਿਰ ਕਈ ਐਕਸਟੈਂਡ ਕਰ ਦਿੰਦੇ ਆ। ਪਿਛਲੇ ਰਿਸੈਸ਼ਨਸ ਦੀ ਮੈਂ ਗੱਲ ਕਰਦਾ, ਕਈ ਵਾਰ 2-2 ਸਾਲ ਵੀ ਉਹਨੇ ਐਕਸਟੈਂਡ ਕਰਤੀ ਸੀ। ਆਲਰੇਡੀ ਨਿਊਯਾਰਕ ਨੇ ਐਲਾਨ ਕੀਤਾ ਵੀ ਉਹਨਾਂ ਨੇ 39 ਹਫ਼ਤੇ ਤੱਕ ਜਿਹੜੀ ਆ ਉਹਨਾਂ ਨੇ ਕਰਨੀ ਹੈ ਨਿਊਯਾਰਕ ਵਾਲੇ ਪਾਸੇ। ਕੈਲੀਫੋਰਨੀਆ ਦੇ ਬਾਰੇ ਅਜੇ ਜਿਹੜੀ ਜਾਣਕਾਰੀ ਉਹ ਪਤਾ ਕਰਕੇ ਫਿਰ ਜਿਹੜੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ। ਕੁਛ ਕੁ ਜਿਹੜੇ ਕਾਲਰ ਨੇ, ਸਮਾਂ ਤਾਂ ਆਪਣਾ ਸਮਾਪਤ, ਪਰ ਜਾਂਦੇ ਜਾਂਦੇ ਕੁਛ ਕਾਲਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ। ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ 2 ਕੁਐਸਚਨ ਸੀਗੇ। ਹੂੰ। ਇੱਕ ਤਾਂ ਕੁਐਸਚਨ ਸੀਗਾ ਵੀ ਮੈਨੂੰ ਡਿਸੇਬਿਲਿਟੀ ਮਿਲਦੀ ਆ ਜਿਹੜਾ $1200 ਆ, ਉਹਨਾਂ ਨੂੰ ਵੀ ਮਿਲਣਾ ਹੈ ਜਾਂ ਨਹੀਂ? ਜੀ, ਦੂਜਾ ਕੁਐਸਚਨ ਵੀ ਪੁੱਛ ਲਓ ਨਾਲ ਹੀ ਜੀ। ਦੂਜਾ ਕੁਐਸਚਨ ਇਹ, ਮੇਰੀ ਬੇਟੀ ਨਿਊਯਾਰਕ ਤੋਂ ਮੂਵ ਹੋਈ ਆ ਇੱਥੇ, ਵੀ ਉਹ ਅਨਪਲਾਇਮੈਂਟ ਭਰ ਸਕਦੀ ਆ? ਮੂਵ ਨਹੀਂ, ਜੌਬ ਸੀਗੀ ਉਹਦੀ ਕਿ ਨਹੀਂ? ਉਹ ਸੈਲਫ ਇੰਪਲੋਈ ਸੀ ਉੱਥੇ। ਨਹੀਂ ਫਿਰ ਜੇ ਉਹ ਟਰਾਈ ਕਰਕੇ ਦੇਖ ਲੈਣ, ਹਨਾ, ਭਰ ਕੇ ਦੇਖ ਲੈਣ, ਜੇ ਮਿਲ ਗਏ ਤਾਂ ਗੁੱਡ। ਬਾਕੀ ਜਿਹੜਾ ਇਹ 1200 ਵਾਲਾ ਉਹ ਸਾਰਿਆਂ ਨੂੰ ਮਿਲਣਾ ਹੈ, ਉਹ ਆਪਾਂ ਪਿਛਲੇ ਸਮੇਂ ਬਹੁਤ ਵਾਰ ਦੱਸ ਚੁੱਕੇ ਹੈਗੇ ਆ। ਜੀ ਜੀ। ਅਗਲੇ ਕਾਲਰ ਨੇ ਸ਼ਿੰਦਰਪਾਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਜੀ ਤੁਹਾਨੂੰ ਇੱਕ ਕੁਐਸਚਨ ਕਰਨਾ ਸੀ ਜੀ। ਮੈਂ ਹੈਲੋ, ਮੈਨੂੰ ਲੱਗਦਾ ਭੈਣ ਜੀ ਤੁਹਾਡਾ ਫੋਨ ਕੱਟ ਹੋ ਗਿਆ। ਦੁਬਾਰਾ ਕਰਾਂ ਜੀ ਮੈਂ? ਨਹੀਂ, ਠੀਕ ਆ ਰਹੀ ਆਵਾਜ਼ ਹੁਣ, ਠੀਕ ਆ। ਹਾਂਜੀ, ਆਵਾਜ਼ ਆ ਰਹੀ ਹੈ ਜੀ। ਮੈਂ ਨਾ ਜੀ ਮੈਂ ਸੀਜ਼ਨ ਵਰਕ ਕਰਦੀ ਸੀ ਜੀ, ਮੈਂ ਅਨਪਲਾਇਮੈਂਟ ਲੈ ਰਹੀ ਹਾਂ ਜੀ। ਹਾਂਜੀ। ਤੇ ਅਸੀਂ ਪਿਛਲੇ ਸਾਲ 18 ਦਾ ਟੈਕਸ ਵੀ ਭਰਿਆ ਜੀ। ਹਾਂਜੀ। ਤੇ ਸਾਡੀ ਦੋਨਾਂ ਜਣਾਂ ਦੀ ਆਮਦਨ 1.5 ਲੱਖ ਤੋਂ ਘੱਟ ਹੈ ਜੀ। ਹਾਂਜੀ। ਤੇ ਮੈਨੂੰ ਇਹ ਦੱਸੋ, ਸਾਡੇ ਅਜੇ ਖਾਤੇ 'ਚ ਪੈਸੇ ਆਏ ਨਹੀਂ ਜੀ, ਕਿਵੇਂ? ਤੁਹਾਡੀ ਕਿੰਨੀ ਇਨਕਮ ਆ? 1.5 ਲੱਖ ਤੋਂ ਘੱਟ ਉਹਨਾਂ ਨੇ ਕਿਹਾ। ਕਰਦੀ ਆ ਜੀ, ਉਹ ਹੋਸਟ ਫਾਰਮ 'ਚ ਕਰਦੇ ਆ ਜੀ। ਨਹੀਂ, ਠੀਕ ਆ, ਨਹੀਂ ਤੁਹਾਨੂੰ ਮਿਲੂਗਾ, ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਸੀਂ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਜਦੋਂ ਟੈਕਸ ਭਰਿਆ ਸੀ ਉਹਦੇ ਵਿੱਚ ਦਿੱਤੀ ਹੋਈ ਤਾਂ ਬੈਂਕ ਅਕਾਊਂਟ ਦੇ ਜਿਹੜੇ ਰਿਟਰਨ ਪੈਸੇ ਆਏ ਸੀ ਜੀ, ਉਹ ਸਾਡੇ ਖਾਤੇ 'ਚ ਆਏ ਸੀ। ਬਸ ਉਹ ਇਹ ਵੀ ਤੁਹਾਡੇ ਖਾਤੇ 'ਚ ਹੀ ਆਣਾ, ਜਦੋਂ ਆ ਗਿਆ ਦੱਸ ਦਿਓ ਵੀ ਸਾਨੂੰ ਆ ਗਏ ਆ। ਬਸ ਜੀ। ਆਏ ਨਹੀਂ ਜੀ, ਅਸੀਂ ਤਾਂ ਹੁਣ ਔਖੇ ਆ ਜੀ ਪੈਸੇ ਦੇਣ। ਨਹੀਂ, ਆ ਜਾਣੇ ਭੈਣ ਜੀ, SBK ਆ ਜਾਣੇ, ਆਲਰੇਡੀ ਆਣੇ ਸ਼ੁਰੂ ਹੋ ਗਏ ਆ। ਅੱਛਾ, ਜਿਹੜੇ 600 ਰੁਪਈਆ ਜੀ ਉਹ ਵੀ ਆਊਗਾ ਜੀ? ਨਹੀਂ, ਉਹ ਜਿਹੜੇ ਅਨਪਲਾਇਮੈਂਟ ਫਾਈਲ ਕਰ ਰੁਪਈਆ ਨਹੀਂ, ਡਾਲਰ ਭੇਜੂਗੇ ਭੈਣ ਜੀ। 600 ਰੁਪਈਆ ਤਾਂ ਕੁਝ ਵੀ ਨਹੀਂ ਬਣਨੇ। $600। ਹਾਂਜੀ ਹਾਂਜੀ, ਉਹ ਵੀ ਆਲਰੇਡੀ ਉਹਨਾਂ ਨੇ ਦੇਣੇ ਸ਼ੁਰੂ ਕਰਤੇ ਆ। ਪਹਿਲਾਂ ਕੈਲੀਫੋਰਨੀਆ ਸਟੇਟ ਨੂੰ ਪ੍ਰੋਬਲਮ ਸੀ ਉਹਨਾਂ ਦੇ ਕੰਪਿਊਟਰ ਸਿਸਟਮ 'ਚ, ਪਰ ਉਹਨਾਂ ਨੇ ਫਿਕਸ ਕਰ ਲਿਆ। ਹਾਂਜੀ, ਉਹ ਵੀ ਆਣੇ ਸ਼ੁਰੂ ਹੋ ਜਾਣੇ। ਇੱਕ ਮਿੰਟ ਹੋਰ ਗੱਲ ਕਰਨੀ, ਜੇ ਅਸੀਂ ਬੱਚੇ ਡਿਪੈਂਡ ਪਾਏ ਸੀ ਜੀ, ਫੇਰ ਵੀ ਮਿਲੂਗਾ ਕਿ ਨਹੀਂ ਜੀ? ਹਾਂਜੀ, ਬਿਲਕੁਲ ਜੀ। ਅੱਛਾ ਜੀ, ਥੈਂਕ ਯੂ ਜੀ ਬੇਟੇ। ਓਕੇ ਜੀ। ਜੀ ਓਕੇ। ਬਾਕੀ ਇਹ ਆ ਜੀ, ਸਾਰੇ ਜਣੇ ਅਕਾਊਂਟਾਂ ਦੇ ਉੱਤੇ ਹੁਣ ਧਿਆਨ ਰੱਖ ਲਿਓ। ਇੰਨੇ ਔਖੇ ਹੋਣ ਵਾਲੀ ਜਿਹੜੀ ਮੈਨੂੰ ਨਹੀਂ ਲੱਗਦਾ ਕੋਈ ਗੱਲ ਜਿਹੜੀ ਉਹ ਹੋਣੀ ਚਾਹੀਦੀ ਹੈ। ਚਲੋ, ਬਾਕੀ ਆਪਣਾ ਸਿਚੁਏਸ਼ਨ ਦਾ ਪਤਾ ਨਹੀਂ। ਜਿੱਦਾਂ ਤੁਸੀਂ ਕਿਹਾ ਵੀ ਆਲਰੇਡੀ ਤੁਹਾਨੂੰ ਅਨਇੰਪਲੋਇਮੈਂਟ ਮਿਲ ਵੀ ਰਹੀ ਹੈਗੀ ਆ, ਜਿਹਦਾ ਤੁਸੀਂ ਅਪਲਾਈ ਕੀਤੀ ਹੋਈ ਸੀ। ਬਿਲਕੁਲ। ਰਾਜਕਨਵੀਰ ਸਿੰਘ ਜੀ ਕੱਲ ਵੀ ਸਾਡੇ ਸਰੋਤੇ ਸੀ, ਉਹਨਾਂ ਨੇ ਥੱਲੇ ਕਮੈਂਟ ਕੀਤਾ ਸੀ ਵੀ ਮੈਨੂੰ ਤਾਂ 1200 ਦੀ ਜ਼ਰੂਰਤ ਨਹੀਂ, ਮੈਂ ਕਿੱਦਾਂ ਹੈਲਪ ਕਰ ਸਕਦਾ। ਸੋ ਬਹੁਤ ਵਧੀਆ। ਮੈਂ ਕੱਲ ਵੀ ਪਰਸੋਂ ਵੀ ਸ਼ੇਅਰ ਕਰਦਾ ਆਇਆ, ਵਾਸ਼ਿੰਗਟਨ ਪੋਸਟ ਨੇ ਇੱਕ ਰਿਪੋਰਟ, ਬਹੁਤ ਹੀ ਦਰਦਨਾਕ ਰਿਪੋਰਟ ਪੇਸ਼ ਕੀਤੀ ਆ ਵੀ ਆਪਣੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਅਨਡਾਕੂਮੈਂਟਡ ਲੋਕ ਜਿਹੜੇ ਹੈਗੇ ਆ ਇੱਥੇ ਆਏ ਹੈਗੇ ਆ। ਕੋਈ ਮੀਟ ਫੈਕਟਰੀ 'ਚ ਕੰਮ ਕਰਦਾ ਸੀ, ਕੋਈ ਖੇਤਾਂ 'ਚ ਕੰਮ ਕਰਦਾ, ਕੋਈ ਕਿਤੇ ਕਰਦਾ ਸੀ, ਕੋਈ ਰੈਸਟੋਰੈਂਟ, ਕੋਈ ਕੰਸਟਰਕਸ਼ਨ। ਸੋ ਬਹੁਤ ਸਾਰੇ ਕੰਮ ਬੰਦ ਹੋਏ ਆ। ਸੋ ਨਾ ਤਾਂ ਉਹਨਾਂ ਵਿਚਾਰਿਆਂ ਨੂੰ ਕੋਈ $1200 ਮਿਲਣਾ, ਨਾ ਉਹਨਾਂ ਨੂੰ ਅਨਪਲਾਇਮੈਂਟ ਮਿਲਣੀ ਆ, ਕਿਸੇ ਤਰ੍ਹਾਂ ਦਾ ਕੋਈ ਪੈਕੇਜ ਨਹੀਂ ਮਿਲਣਾ, ਤੇ ਉਹਨਾਂ ਨੂੰ ਰੈਂਟ ਵੀ ਦੇਣਾ ਪੈਣਾ, ਕਿਉਂਕਿ ਵੈਸੇ ਹੀ ਉਹਨਾਂ ਨੂੰ ਖਤਰਾ ਹੈਗਾ ਵੀ ਜੇ ਸਾਨੂੰ ਕੱਢਤਾ ਹੋਰ ਕਿੱਥੇ ਮਿਲੂਗਾ। ਠੀਕ ਹੈ ਕਿ ਨਹੀਂ? ਸੋ ਉੱਦਾਂ ਦੇ ਬੰਦੇ ਜਿਹੜੇ ਆਰਗੇਨਾਈਜੇਸ਼ਨ ਬਹੁਤ ਹੈਗੀਆਂ ਆਪਣੇ ਆਪਣੇ ਸ਼ਹਿਰ ਦੇ ਵਿੱਚ, ਸਾਨੂੰ ਸਾਰਿਆਂ ਨੂੰ ਉੱਦਾਂ ਦੇ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਜੀ ਜੀ, ਬਿਲਕੁਲ। ਸੋ ਥੋੜ੍ਹਾ ਜਿਹਾ ਭਾਈ ਸਬਰ ਰੱਖੋ। ਜੇ ਤੁਸੀਂ ਨਹੀਂ ਸੀ ਨੌਕਰੀ ਕਰ ਰਹੇ, ਜਿਹੜੀ ਤੁਹਾਨੂੰ ਸਰਕਾਰ ਦੇ ਵੱਲੋਂ ਪਹਿਲੋਂ ਮਿਲ ਰਹੀ ਸੀ ਉਹ ਤਾਂ ਮਿਲੀ ਜਾ ਰਹੀ ਆ, ਉਹਦੇ ਵਿੱਚ ਕੋਈ ਉਹਨਾਂ ਨੇ ਕਟੌਤੀ ਨਹੀਂ ਕੀਤੀ, ਸੋ ਵੱਧ ਮਿਲ ਰਹੇ ਆ। ਇਹ ਨਾ ਆਖੋ ਵੀ ਹੁਣ ਵੀ ਜੇ ਕੁਛ ਨਹੀਂ ਸੀਗਾ ਤਾਂ ਵੀ ਜਿਹੜਾ ਤੁਸੀਂ ਆਖੀ ਜਾ ਰਹੇ ਆ ਵੀ ਹਾਏ ਹਾਏ ਸਾਡੇ ਨਾਲ ਪਤਾ ਨਹੀਂ ਕੀ ਜਿਹੜਾ ਜੀ ਹੋ ਜਾਣਾ। ਕੋਈ ਭੁੱਖੇ ਨਹੀਂ ਮਰਨ ਦਿੰਦਾ ਇੱਥੇ ਕਿਸੇ ਨੂੰ। ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਇੱਕ ਦੂਜੇ ਦੀ ਜਿਹੜੀ ਮਦਦ ਕਰਨ ਲੱਗੇ ਆ। ਬਾਕੀ ਸਰਕਾਰ ਨੇ ਵੀ ਬਾਹਾਂ ਜਿਹੜੀਆਂ ਦੋਨੋਂ ਹੀ ਖੋਲ੍ਹ ਕੇ ਸਾਰਿਆਂ ਨੂੰ ਜੱਫੀਆਂ ਪਾਈਆਂ ਆ। ਕੋਈ ਐਸੀ ਗੱਲ ਨਹੀਂ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਨਾਲ ਲਾ ਕੇ ਜਿਹੜਾ ਲੈ ਕੇ ਜਿਹੜਾ ਉਹ ਚੱਲਾਂਗੇ। ਸੋ ਪਲੀਜ਼ ਥੋੜ੍ਹਾ ਜਿਹਾ ਸਬਰ ਇਤਮੀਨਾਨ ਜਿਹੜਾ ਉਹ ਰੱਖੋ। ਆਪਾਂ ਇੱਦਾਂ ਨਾ ਸ਼ੋਅ ਕਰੀਏ ਵੀ ਕਿਤੇ ਆਪਾਂ ਨੂੰ ਬਸ ਇਹ $1200 ਦੇ ਨਾਲ ਹੀ ਹੁਣ ਪਤਾ ਨਹੀਂ ਸਭ ਕੁਝ ਆਪਾਂ ਨੂੰ ਜਿਹੜਾ ਉਹ ਮਿਲ ਜਾਣਾ ਆ। ਇਹ $1200 ਕਦੋਂ ਆਉਣੇ ਕਦੋਂ ਚਲੇ ਜਾਣੇ ਇਹਦਾ ਪਤਾ ਨਹੀਂ ਲੱਗਣਾ। ਇਹ ਤਾਂ ਇੱਕ ਚਲੋ ਧਰਵਾਸ ਹੈਗਾ ਆ ਸਰਕਾਰ ਦੇ ਦੁਆਰਾ ਵੀ ਤੁਸੀਂ ਜਿਹੜਾ ਘਬਰਾਓ ਨਾ, ਅਸੀਂ ਤੁਹਾਡਾ ਜਿਹੜਾ ਸਾਥ ਹੈ ਅਜਿਹੇ ਮੌਕੇ 'ਚ ਦੇ ਰਹੇ ਹੈਗੇ। ਬਿਲਕੁਲ। ਜਿਹੜੀ ਸਰਕਾਰ ਆ ਉਹ ਚਾਹੇ ਕੋਈ ਵੀ ਹੋਵੇ, ਡੈਮੋਕ੍ਰੇਟ, ਰਿਪਬਲਿਕਨ, ਨੋ ਮੈਟਰ ਵਟ, ਉਹ ਤੁਹਾਡਾ ਪੂਰਾ ਸਪੋਰਟ ਕਰ ਰਹੀ ਆ। ਆਪਾਂ ਵੀ ਹੁਣ ਆਪਣੇ ਮੁਲਕ ਨੂੰ ਕਿਸ ਤਰ੍ਹਾਂ ਜਿਹੜਾ ਸਪੋਰਟ ਕਰਨਾ ਹੈ, ਆਪਣੇ ਨਾਲ ਦੇ ਜਿਹੜੇ
ਜਿੰਨੇ ਹੋਰ ਸ਼ਹਿਰੀ ਆ ਉਹਨਾਂ ਨੂੰ ਕਿੱਦਾਂ ਹੈਲਪ ਕਰਨੀ ਆ, ਆਪਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ। ਜੀ ਬਿਲਕੁਲ। ਟੈਕਸ ਦੇ ਬਾਰੇ ਪੁੱਛ ਰਹੇ ਸੀ। ਬਿਲਕੁਲ ਟੈਕਸ ਦੀ ਐਕਸਟੈਂਸ਼ਨ ਜਿਹੜੀ ਉਹ ਆਲਰੇਡੀ 15 ਆਈ ਥਿੰਕ ਜੁਲਾਈ ਤੱਕ ਉਹਨਾਂ ਨੇ ਕਰ ਦਿੱਤੀ ਹੋਈ ਆ IRS ਦੇ ਦੁਆਰਾ। ਸੋ IRS ਜਿਨ੍ਹਾਂ ਨੇ ਆਲਰੇਡੀ ਭਰ ਵੀ ਦਿੱਤਾ ਸੀਗਾ ਉਹ ਵੀ ਜਿਹੜਾ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਅਜੇ ਪੇ ਕਰਨਾ ਸੀਗਾ ਉਹ ਵੀ ਹੁਣ 15 ਜੁਲਾਈ ਤੱਕ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਉਹ ਮਿਲ ਚੁੱਕੀ ਹੋਈ ਆ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਚੁੱਕਾ ਆ। ਕਾਫੀ ਕਾਲਸ ਆ ਰਹੀਆਂ ਤੇ ਹੋਰ ਹੁਣ ਆਪਾਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਆਉਣ ਵਾਲੇ ਦਿਨਾਂ 'ਚ ਫਿਰ ਕਿਸੇ ਦਿਨ ਆਪਾਂ ਲਾਈਨਸ ਜਿਹੜੀਆਂ ਓਪਨ ਕਰਾਂਗੇ ਵੀ ਤੇ ਫਿਰ ਜਿਹੜੇ ਆਪਾਂ ਟਰਾਈ ਕਰਨਾ ਵੱਧ ਤੋਂ ਵੱਧ ਜਿਹੜੇ ਆ ਉਹ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਨੂੰ ਆਪਾਂ ਜਿਹੜਾ ਵਿਚਾਰ ਆ ਉਹ ਤੁਹਾਡੇ ਆਪਾਂ ਸੁਣ ਸਕੀਏ। ਤੇ ਹੁਣ ਵਾਰੀ ਫੇਰ ਸਾਰੇ ਹੀ ਆਪਣੇ ਜਿੰਨੇ ਸਰੋਤੇ ਸੁਣ ਰਹੇ ਉਹਨਾਂ ਨੂੰ ਖਾਲਸੇ ਜੀ ਦੇ ਜਨਮ ਦਿਨ ਦੀਆਂ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਬਿਲਕੁਲ ਜੀ। ਤੇ ਸਾਡੇ ਵੱਲੋਂ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,